ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੇ ਵਿੱਚ ਕੱਲ ਕੋਈ ਵੀ ਮੌਤ ਨਹੀਂ ਹੋਈ ਇਹ ਕਰੋਨਾ ਵਾਇਰਸ ਤੋਂ, ਤੇ ਅੱਜ ਇੱਕ ਮੌਤ ਦੀ ਰਿਪੋਰਟ ਕੀਤੀ ਗਈ ਹੈ। ਹੌਲੀ ਹੌਲੀ ਕਿਤੇ ਲੱਗਦਾ ਕਿ ਅਸੀਂ ਕਰੋਨਾ ਵਾਇਰਸ ਤੋਂ ਦੂਰ ਹੁੰਦੇ ਜਾ ਰਹੇ ਹਾਂ, ਪਰ ਜਦੋਂ WHO ਦੀ ਰਿਪੋਰਟ ਆਉਂਦੀ ਹੈ ਤਾਂ ਉਹ ਕਹਿ ਰਹੇ ਆ ਕਿ ਦੂਜੀ ਵੇਵ ਨਹੀਂ, ਦੂਜੀ ਪੀਕ ਆ ਸਕਦੀ ਹੈ ਜੇ ਅਸੀਂ ਚੰਗੀ ਤਰ੍ਹਾਂ ਗਾਈਡਲਾਈਨਸ ਨੂੰ ਨਹੀਂ ਫੋਲੋ ਕੀਤਾ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਨੂੰ ਹਰ ਵਾਰ BC ਦੇ ਵਿੱਚ ਕੀ ਹੋ ਰਿਹਾ, ਪੂਰੇ ਅਕ੍ਰੋਸ ਗਲੋਬ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਟ੍ਰਾਇਲ ਹੋ ਰਹੇ ਨੇ, ਉਹਦੇ ਬਾਰੇ ਅਪਡੇਟਸ ਦਿੰਦੇ ਰਹਿੰਦੇ ਨੇ। ਤੇ ਅੱਜ ਫਿਰ ਉਹ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਡਾਕਟਰ ਭੁਰਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਤੁਹਾਨੂੰ ਬਹੁਤ ਬਹੁਤ ਬਰਥਡੇ ਦੀਆਂ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਡਾਕਟਰ ਭੁਰਜੀ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਲੱਗਦਾ ਹੁੰਦਾ ਨਾ ਜਦੋਂ ਕਈ ਵਾਰੀ ਕੇਸ ਘਟਦੇ ਆ ਤਾਂ ਸਾਨੂੰ ਲੱਗਦਾ ਕਿ ਅਸੀਂ ਠੀਕ ਹਾਂ, ਅਸੀਂ ਸੇਫ ਹੈਗੇ ਹਾਂ BC ਦੇ ਵਿੱਚ। ਸਪੈਸ਼ਲੀ ਜੇ ਗੱਲ ਕਰੀਏ ਤਾਂ BC ਦੇ ਵਿੱਚ ਇੱਕ ਰਿਪੋਰਟ ਆਈ ਹੈਗੀ ਹੈ। ਸੋ ਕੀ ਰਿਪੋਰਟ ਹੈਗੀ ਹੈ, ਲੋਕ ਕੀ ਸੋਚ ਰਹੇ ਨੇ? ਦੇਖੋ, ਅਸੀਂ ਪੂਰੇ ਨਾਰਥ ਅਮਰੀਕਾ ਤੇ ਪੂਰੇ ਯੂਰਪ 'ਚ ਸਭ ਤੋਂ ਵਧੀਆ ਪਰਫਾਰਮ ਕੀਤਾ ਕਿਉਂਕਿ ਲੋਕਾਂ ਨੇ ਸਾਥ ਦਿੱਤਾ, ਔਰ ਸਾਡੇ ਜਿਹੜੇ ਮੇਨ ਝੰਡਾ ਬਰਦਾਰ ਜਾਂ ਫਲੈਗ ਹੋਲਡਰ ਡਾਕਟਰ ਬੌਨੀ ਹੈਨਰੀ, ਉਹਨਾਂ ਨੇ ਗਾਈਡੈਂਸ ਸਾਨੂੰ ਵਧੀਆ ਦਿੱਤੀ, ਔਰ ਅਸੀਂ ਉਹਦੇ ਉੱਤੇ ਤੈਨਾਤ ਹੋ ਕੇ ਇੱਕ ਇਹੋ ਜਿਹਾ ਸਮਾਂ ਆ ਗਿਆ ਵੀ ਸਾਡੇ ਹਸਪੀਟਲ 'ਚ ਹੁਣ ਬਹੁਤ ਘੱਟ ਐਡਮਿਸ਼ਨਸ ਆ, ਕਰੀਬਨ 37, ICU 'ਚ 10 ਤੋਂ ਥੱਲੇ ਆ, ਔਰ ਜਿਹੜਾ ਵਾਇਰਸ ਹੈਗਾ ਉਹ ਵੀ ਰੈਸੀਡੈਂਸ਼ੀਅਲ ਕੇਅਰ ਹੋਮ, ਅਜੇ ਵੀ 15 ਰੈਸੀਡੈਂਸ਼ੀਅਲ ਕੇਅਰ ਹੋਮ ਹੈਗੇ ਆ ਜਿਹਦੇ ਵਿੱਚ ਵਾਇਰਸ ਹੈਗਾ, ਬਟ ਕਮਿਊਨਿਟੀ 'ਚ ਕਿਤੇ ਨਾ ਕਿਤੇ ਇਹਦੀ ਜਿਹੜੀ ਠੱਲ ਪੈ ਗਈ ਆ। ਹੁਣ ਸੈਕਿੰਡ ਵੇਵ ਦੀ ਗੱਲ ਡਾਕਟਰ ਐਂਥਨੀ ਫੌਸੀ ਤੇ ਡਾਕਟਰ ਬੌਨੀ ਹੈਨਰੀ ਵੀ ਕਰ ਰਹੇ ਆ, ਔਰ ਉਹ ਮੋਸਟਲੀ ਅਸੀਂ ਸੋਚ ਰਹੇ ਆ ਵੀ ਜਿਹੜੀ ਪਤਝੜ ਦੀ ਰੁੱਤ ਜਾਂ ਵਿੰਟਰ ਦੀ ਰੁੱਤ ਆ, ਉਦੋਂ ਜਿਹੜਾ ਰੈਗੂਲਰ ਫਲੂ ਤੇ ਕੋਵਿਡ ਸ਼ਾਇਦ ਇਕੱਠਾ ਹੀ ਇਹ ਪਨਪੇ। ਹੁਣ ਇਹ ਕਿਆਸ ਤੇ ਹੈਗੇ ਆ ਕਿਉਂਕਿ ਜਿਹੜੀ ਪਹਿਲੋਂ ਪੈਂਡੇਮਿਕ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਪੈਟਰਨ ਹੋਇਆ, ਲੇਕਿਨ ਅਗਰ ਆਪਾਂ ਪਹਿਲੋਂ ਹੀ ਪ੍ਰੀਪੇਅਰਡ ਰਹੀਏ, ਇਸ ਵਾਰੀ ਆਪਾਂ ਪ੍ਰੀਪੇਅਰਡ ਨਹੀਂ ਸੀ, ਪਹਿਲੋਂ ਹੀ ਪ੍ਰੀਪੇਅਰ ਰਹੀਏ ਜਿਸ 'ਚ ਵੀ ਆਪਾਂ ਲੋੜ ਅਨੁਸਾਰ ਹੀ ਜਿੰਨੀ ਕੁ ਲੋੜ ਹੈ ਉਨੀ ਘਰ ਤੋਂ ਬਾਹਰ ਜਾਈਏ, ਕੰਮਾਂ 'ਚ ਅਗਰ ਜਾ ਰਹੇ ਆ ਤੇ ਪਰਤ ਕੇ ਘਰ ਆਈਏ, ਬਹੁਤੀ ਹੀ ਵੱਡੀ ਗੈਦਰਿੰਗ ਨਾ ਕਰੀਏ, ਟਰੈਵਲਿੰਗ ਨਾ ਕਰੀਏ, ਬਹੁਤੇ ਪ੍ਰਾਹੁਣਿਆਂ ਨੂੰ ਘਰ ਨਾ ਸੱਦੀਏ, ਜਿੰਨੀ ਕੁ ਮਤਲਬ ਆਪਾਂ ਕਰ ਸਕਦੇ, ਕਿਉਂਕਿ ਸਪਰੈਡ ਤਾਂ ਕੰਟੈਕਟ ਤੋਂ ਹੋਣਾ ਹੈ ਇੱਕ ਇਨਸਾਨ ਤੋਂ ਦੂਜੇ ਇਨਸਾਨ 'ਚ। ਔਰ ਕਈ ਵਾਰ 25-30% ਲੋਕੀ ਇਹ ਸਿੰਪਟੋਮੈਟਿਕ ਕੈਰੀਅਰ ਹੁੰਦੇ ਆ ਵੀ ਉਹਨਾਂ 'ਚ ਵਾਇਰਸ ਹੁੰਦਾ, ਲੇਕਿਨ ਮੁੱਢਲੇ ਦਿਨਾਂ 'ਚ ਉਹਨਾਂ 'ਚ ਕੋਈ ਸਿੰਪਟਮ ਨਹੀਂ ਹੁੰਦਾ, ਤਾਂ ਉਹ ਵੀ ਸ਼ੈਡ ਕਰ ਸਕਦੇ ਆ, ਹਾਲਾਂਕਿ ਉਹ ਬਿਲਕੁਲ ਉਹਨਾਂ ਨੂੰ ਕੋਈ ਸਿੰਪਟਮ ਨਾ ਹੋਵੇ। ਸੋ ਇਸ ਲਈ ਸਾਨੂੰ ਸੱਭਿਅ ਰਹਿਣਾ ਚਾਹੀਦਾ, ਸਾਨੂੰ ਸ਼ਾਂਤ ਰਹਿਣਾ ਚਾਹੀਦਾ, ਸਾਨੂੰ ਦਿਆਲਤਾ ਵਰਤਣੀ ਚਾਹੀਦੀ ਆ, ਹੋਰ ਥੋੜਾ ਲੌਜਿਕ ਵਰਤਣਾ ਚਾਹੀਦਾ। ਜਦ ਤੱਕ ਵੈਕਸੀਨ ਨਹੀਂ ਆਉਂਦੀ ਸਾਨੂੰ ਇਹ ਸਾਰੇ ਕਾਰਜ ਕਰਨੇ ਚਾਹੀਦੇ ਤਾਂ ਕਿ ਅਸੀਂ ਹੋਰ ਵੱਡੀ ਪੀਕ ਨਾ ਦੇਖੀਏ ਔਰ ਜਿਹੜਾ ਕੰਟਰੋਲ ਸਾਡੇ ਹੱਥ 'ਚੋਂ ਖੁੰਝ ਨਾ ਜਾਵੇ। ਬਿਲਕੁਲ। ਤੇ ਮੈਂ ਸ਼ੁਰੂਆਤ ਦੇ ਵਿੱਚ ਆਪਾਂ ਰਿਪੋਰਟ ਦੀ ਗੱਲ ਕੀਤੀ ਸੀ ਕਿ ਕਈ ਲੋਕ ਕਹਿ ਰਹੇ ਨੇ ਕਿ ਸਾਡੇ ਕੋਲ ਵਾਇਰਸ ਹੈ ਨਹੀਂਗਾ ਜਾਂ ਸਾਨੂੰ ਆਪਣਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈਗੀ। ਸੋ ਰਿਪੋਰਟ ਕੀ ਹੈ? ਰਿਪੋਰਟ ਕੱਲ ਪ੍ਰਕਾਸ਼ਿਤ ਹੋਈ ਨੈਸ਼ਨਲ ਪੋਸਟ 'ਚ, ਔਰ ਪੂਰੇ ਕੈਨੇਡਾ 'ਚ ਉਹਨਾਂ ਨੇ 1500 ਲੋਕ ਔਰ ਅਮਰੀਕਾ 'ਚ ਕਰੀਬਨ 1000 ਤੋਂ ਥੋੜੇ ਜ਼ਿਆਦਾ ਲੋਕਾਂ ਦਾ ਫੋਨ ਇੰਟਰਵਿਊ ਲਿੱਤਾ। ਉਹਦੇ ਵਿੱਚ ਉਹਨਾਂ ਨੇ ਨਿਰਣੇ ਇਹੀ ਸਾਹਮਣੇ ਆਇਆ ਵੀ ਕਰੀਬਨ 6% ਕੈਨੇਡੀਅਨ ਇਹ ਦਾਅਵਾ ਕਰ ਰਹੇ ਆ ਆਪਣੇ ਵੱਲੋਂ ਵੀ ਸਾਨੂੰ ਕੋਵਿਡ ਹੋ ਚੁੱਕਿਆ ਜਾਂ ਕੋਵਿਡ ਹੋਣ ਵੀ ਹੈਗਾ, ਸਾਨੂੰ ਲੱਛਣ ਬਹੁਤ ਮਾਈਲਡ ਹੈ ਲੇਕਿਨ ਅਸੀਂ ਟੈਸਟਿੰਗ ਨਹੀਂ ਕਰਾਉਣੀ। ਲੇਕਿਨ ਅਗਰ ਆਪਾਂ 6% ਨੂੰ ਅੱਜ ਦੀ ਜਿਹੜੀ ਕੈਨੇਡੀਅਨ ਆਬਾਦੀ ਆ 37 ਮਿਲੀਅਨ ਦੇ ਨਾਲ ਫੜੀਏ ਤੇ 2 ਮਿਲੀਅਨ ਤੋਂ ਥੋੜੇ ਜਿਹਾ ਉੱਤੇ ਕੇਸ ਹੁੰਦੇ ਆ। ਸੇਮ ਡੇਟਾ ਅਮਰੀਕਾ ਤੋਂ ਆ ਰਿਹਾ, ਕਰੀਬਨ 20 ਮਿਲੀਅਨ ਲੋਕ ਜਿਹੜੇ ਹੈਗੇ ਉੱਥੇ ਉਹ ਇਹ ਸੋਚ ਰਹੇ ਵੀ ਉਹਨਾਂ ਨੂੰ ਕੋਵਿਡ ਦੇ ਜਿਹੜੇ ਅਸੀਂ ਸਿੰਪਟਮਸ ਦੱਸਦੇ ਸੀ ਉਹ ਹੋ ਚੁੱਕੇ, ਉਦੋਂ ਟੈਸਟਿੰਗ ਅਵੇਲੇਬਲ ਨਹੀਂ ਸੀ ਜਾਂ ਉਹਨਾਂ ਨੇ ਕਰਾਈ ਨਹੀਂ, ਜਾਂ ਹੁਣ ਹੈਗੇ ਲੇਕਿਨ ਉਹਨਾਂ ਨੇ ਨਹੀਂ ਕਰਾਉਣੀ। ਹੁਣ ਇਹ ਇਸ ਲਈ ਇੰਪੋਰਟੈਂਟ ਹੈ ਵੀ ਸਾਡੇ ਕੋਲ ਉਹਨਾਂ ਦਾ ਡਾਇਗਨੋਸਿਸ ਕੋਵਿਡ ਕਰਕੇ ਉਹਨਾਂ ਨੂੰ ਸਿੰਪਟਮਸ ਹੋਇਆ ਸੀ ਕਿ ਨਹੀਂ ਹੋਇਆ ਸੀ ਸਾਨੂੰ ਕਦੀ ਨਹੀਂ ਪਤਾ ਲੱਗੂਗਾ। ਇਹ ਉਹਨਾਂ ਨੇ ਆਪਣੇ ਮਨ 'ਚ ਇੱਕ ਧਾਰਨਾ ਕੀਤੀ ਆ। ਹੁਣ ਅਜੇ ਵੀ ਉਹਨਾਂ ਕੋਲ ਕੋਵਿਡ ਦੇ ਸਿੰਪਟਮ ਹੈਗੇ ਆ ਤੇ ਹੁਣ ਤਾਂ ਟੈਸਟ ਸਾਰਿਆਂ ਦੇ ਲਈ ਅਵੇਲੇਬਲ ਹੈਗੇ ਆ। ਜਿਹੜੇ ਮੁੱਢਲੇ ਦਿਨ ਆ ਉਦੋਂ ਟੈਸਟ ਥੋੜੇ ਘੱਟ ਅਵੇਲੇਬਲ ਸੀ ਕਿਉਂਕਿ ਟੈਸਟਿੰਗ ਕਿਟਸ ਜਿਹੜੀਆਂ ਇੰਨੀਆਂ ਜ਼ਿਆਦਾ ਨਹੀਂ ਸੀ ਤੇ ਉਹਨਾਂ ਨੂੰ ਐਟ ਰਿਸਕ ਪੋਪੂਲੇਸ਼ਨ 'ਚ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ, ਜਿਹੜੇ ਫਰੰਟ ਲਾਈਨ 'ਚ ਡਾਕਟਰ ਨਰਸਿਸ ਕੰਮ ਕਰ ਰਹੇ ਆ ਜਾਂ ਜਿਹੜੇ ਕੋਵਿਡ ਵਾਲੇ ਪੇਸ਼ੈਂਟ ਹਸਪੀਟਲ ਆ ਰਹੇ ਬਹੁਤ ਸਿੱਕ ਆ, ਉਹਨਾਂ ਨੂੰ ਦਾਖਲ ਕਰਨਾ, ਉਹਨਾਂ ਦੀ ਆਈਸੋਲੇਸ਼ਨ ਕਿੱਦਾਂ ਕਰਨੀ ਆ ਜਾਂ ਫਿਰ ਰੈਸੀਡੈਂਸ਼ੀਅਲ ਕੇਅਰ ਹੋਮ 'ਚ। ਸੋ ਹੁਣ ਕਿਟਸ ਜਿਹੜੇ ਹੈਗੇ ਆ ਹੁਣ ਜ਼ਿਆਦਾ ਅਵੇਲੇਬਲ ਹੈਗੇ ਆ ਤਾਂ ਕੋਈ ਵੀ ਵਿਅਕਤੀ ਜਿਹੜਾ ਹੈਗਾ ਟੈਸਟਿੰਗ ਕਰਾ ਸਕਦਾ। ਦੂਜੀ ਇਹ ਜਿਹੜੀ ਸਰਵੇਖਣ ਹੋਇਆ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਵੀ BC 'ਚ ਕਰੀਬਨ 9% ਲੋਕ ਇਹ ਸੋਚ ਰਹੇ ਆ ਵੀ ਸਾਨੂੰ ਤਾਂ ਕੋਵਿਡ ਹੋ ਚੁੱਕਿਆ ਜਾਂ ਫਿਰ ਸਾਨੂੰ ਇਸ ਵੇਲੇ ਹੈਗਾ। ਹੁਣ ਤੁਸੀਂ ਓਦਾਂ ਵੀ ਦੇਖੋ, ਅਗਰ ਕਿਸੇ ਨੂੰ ਜ਼ਿਆਦਾ ਸਿੰਪਟਮਸ ਨਹੀਂ ਆ ਤੇ ਅਜੇ ਵੀ ਉਹਨੂੰ ਕਹਿੰਦੇ ਆ ਵੀ ਤੁਸੀਂ ਜਾ ਕੇ 14 ਦਿਨ ਆਪਣੇ ਆਪ ਨੂੰ ਸੈਲਫ ਆਈਸੋਲੇਸ਼ਨ ਕਰੋ। ਸੋ ਕਿਤੇ ਨਾ ਕਿਤੇ ਉਹ ਪੁਰਾਣੀ ਜਿਹੜੀ ਗੱਲ ਹੈਗੀ ਆ ਉਹ ਚੱਲਦੀ ਆ ਰਹੀ ਆ। ਦੂਜੇ ਪ੍ਰੋਵਿੰਸ ਆ 7% ਆ,
ਸੈਸਕਾਟੂਨ ਮੈਨੀਟੋਬਾ 2%, ਸੋ ਰਲ ਮਿਲ ਕੇ ਪੂਰੇ ਕੈਨੇਡਾ 'ਚ 6%। ਹੁਣ ਪ੍ਰੋਬਲਮ ਇਹ ਸਾਹਮਣੇ ਆ ਰਹੀ ਆ ਵੀ ਜਿਨ੍ਹਾਂ ਨੂੰ ਕੋਵਿਡ ਦੇ ਕੋਈ ਲੱਛਣ ਨਹੀਂ ਸੀ, ਨਾ ਕੋਵਿਡ ਹੈਗਾ, ਔਰ ਜਿਨ੍ਹਾਂ ਨੂੰ ਕੋਵਿਡ ਦੇ ਲੱਛਣ ਮੇ ਵੀ ਹੋ ਚੁੱਕੇ ਜਾਂ ਹੁਣ ਵੀ ਹੈਗਾ, ਉਹ ਦੋਵੇਂ ਜਿਹੜੇ ਹੈਗੇ ਆ ਲਗਭਗ 50% ਮਾਸਕ ਯੂਜ਼ ਕਰ ਰਹੇ ਆ, 50% ਕਹਿੰਦੇ ਸਾਨੂੰ ਲੋੜ ਨਹੀਂ ਹੈ। ਜਿਨ੍ਹਾਂ ਨੂੰ ਉਹ ਸੋਚ ਰਹੇ ਵੀ ਅਜੇ ਵੀ ਸਾਨੂੰ ਕੋਵਿਡ ਹੈਗਾ, ਉਹ ਕਹਿੰਦੇ ਵੀ ਨਹੀਂ, ਸਾਡਾ ਵਿਸ਼ਵਾਸ ਨਹੀਂ ਹੈ ਮਾਸਕ ਦੇ ਉੱਤੇ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਆ, ਕਿਉਂਕਿ ਜਦੋਂ ਮੈਂ ਕਿਹਾ ਸੀ ਵੀ ਠੀਕ ਆ ਅਗਰ ਉਹਨਾਂ ਨੂੰ ਖੰਘ ਨਹੀਂ ਜਾਂ ਛਿੱਕਾਂ ਨਹੀਂ ਆ ਰਹੀਆਂ, ਲੇਕਿਨ ਆਪਾਂ ਬੋਲਦੇ ਆ ਉਦੋਂ ਵੀ ਤੇ ਡ੍ਰੌਪਲੇਟ ਜਿਹੜੇ ਹੈਗੇ ਬਾਹਰ ਜਾਂਦੇ। ਸੋ ਮਾਸਕ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ, ਭਾਵੇਂ ਕਾਟਨ ਦਾ ਨॉन ਮੈਡੀਕਲ ਨॉन ਸਰਜੀਕਲ ਮਾਸਕ ਲਾ ਲੈਣ। ਦੂਜੀ ਗੱਲ ਜਿਹੜੀ ਅਮਰੀਕਾ ਦੇ ਵਿੱਚ ਖਾਸ ਕਰਕੇ ਸਾਹਮਣੇ ਆਈ ਆ, ਔਰ ਕੈਨੇਡਾ ਦੇ ਵਿੱਚ ਵੀ ਇਹ ਸੋਚ ਰਹੇ ਕੈਨੇਡੀਅਨ ਆਵਾਮ ਵੀ ਕਰੀਬਨ 50% ਕੈਨੇਡੀਅਨ ਆਵਾਮ ਸੋਚਦਾ ਵੀ ਗਵਰਨਮੈਂਟ ਸਾਡੇ ਤੋਂ ਕੁਝ ਲੁਕੋ ਰਿਹਾ, ਔਰ BC 'ਚ 47% ਆ, ਜਿਹੜਾ ਕਿਊਬੈਕ ਉਹ 'ਚ 60%। ਅਮਰੀਕਾ 'ਚ 65% ਆਵਾਮ ਸੋਚ ਰਿਹਾ ਵੀ ਗਵਰਨਮੈਂਟ ਸਾਡੇ ਤੋਂ ਕੁਝ ਲੁਕੋ ਰਹੀ ਆ। ਉਹਦੇ ਵਿੱਚ 37% ਇੱਥੇ ਵੀ ਤੇ ਅਮਰੀਕਾ ਦੇ ਵਿੱਚ ਵੀ ਲੋਕੀ ਸੋਚ ਰਹੇ ਆ ਵੀ ਇਹ ਲੀਕ ਹੋਇਆ, ਵਾਇਰਸ ਲੈਬ ਤੋਂ ਲੀਕ ਹੋਇਆ ਤੇ ਗਵਰਨਮੈਂਟ ਇਹਨੂੰ ਲੁਕੋ ਰਹੀ ਹੈ ਜਾਂ ਪਰਦਾ ਪਾ ਰਹੀ ਹੈ। ਕਰੀਬਨ 12% ਲੋਕ ਸੋਚ ਰਹੇ ਆ ਵੀ ਇਹਦੇ ਵਿੱਚ ਕੋਈ ਬਿਲ ਗੇਟ ਦੀ ਸ਼ੈਤਾਨੀ ਆ, ਕਿਉਂਕਿ ਉਹਨੇ ਵੈਕਸੀਨ ਜਿਹੜੀਆਂ ਹੈਗੀਆਂ ਆਲਰੇਡੀ 4-5 ਸਾਲ ਪਹਿਲਾਂ ਉਹਨੇ ਇੱਕ ਟੈਡ ਟਾਕ ਵੀ ਦਿੱਤਾ ਸੀ, ਲਗਭਗ ਸਿਮਿਲਰ ਜੋ ਹੋ ਰਿਹਾ ਹੁਣ ਉਹਦੇ ਉੱਤੇ, ਵੀ ਕਿਤੇ ਨਾ ਕਿਤੇ ਉਹ ਇਨਵੋਲਵਡ ਹੈ। 10% ਇਹ ਲੋਕੀ ਸੋਚ ਰਹੇ ਆ ਵੀ ਇਹ ਚਾਈਨਾ ਨੇ ਡੈਲੀਬਰੇਟਲੀ ਕੀਤਾ, ਕਿਉਂਕਿ ਉਹ ਚਾਹੁੰਦੇ ਅਗਲੇ ਇਲੈਕਸ਼ਨ 'ਚ ਡੋਨਲਡ ਟਰੰਪ ਹਾਰ ਜਾਣ। ਸੋ ਇਹ ਸਾਰੇ ਜਿਹੜੇ ਹੈਗੇ ਆ ਨਾ, ਮਨ ਦੇ ਵਿੱਚ ਲੋਕਾਂ ਦੇ ਭਰਮ ਔਰ ਵਹਿਮ ਚੱਲ ਰਹੇ ਆ। ਲੇਕਿਨ ਮੈਂ ਕਹੂੰਗਾ ਵੀ ਜਿਹੜੀ ਤੁਹਾਡੀ ਲੋਕਲ ਹੈਲਥ ਅਥਾਰਟੀ ਆ, ਸੈਂਟਰ ਫॉर ਡਿਜ਼ੀਜ਼ ਕੰਟਰੋਲ ਹੈ, ਪਲੀਜ਼ ਉਹਨਾਂ ਨੂੰ ਫੋਲੋ ਕਰੋ। ਆਪਾਂ ਕਿਉਂਕਿ ਬਹੁਤ ਵਿਕਸਿਤ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਹੱਥਾਂ ਦੇ, ਸੋਸ਼ਲ ਮੀਡੀਆ ਬੜਾ ਕੁਝ ਫਲੋਟ ਅਰਾਊਂਡ ਹੁੰਦਾ, ਉਹ ਕਈ ਵਾਰ ਸਾਰਾ ਕੁਝ ਸਹੀ ਨਹੀਂ ਹੁੰਦਾ। ਬਿਲਕੁਲ, ਤੁਸੀਂ ਜਿਵੇਂ ਦੱਸਿਆ ਹੈਗਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਪਤਾ ਨਹੀਂ ਕੀ ਹੋ ਰਿਹਾ ਹੈਗਾ ਦੁਨੀਆ ਦੇ ਵਿੱਚ। ਕਈ ਲੋਕ ਕਹਿ ਰਹੇ ਆ ਕਿ ਚਾਈਨਾ ਨੇ ਕੁਝ ਲੋਕ ਏਦਾਂ ਦੇ ਵਾਇਰਸ ਵਾਲੇ ਭੇਜੇ ਹੈਗੇ ਆ ਵੱਖ-ਵੱਖ ਕੰਟਰੀਜ਼ ਦੇ ਵਿੱਚ, ਵੱਖ-ਵੱਖ ਏਰੀਆ ਦੇ ਵਿੱਚ ਜਿੱਥੇ ਜ਼ਿਆਦਾ ਵਰਸਟ ਹੈਗੇ ਆ। ਕਈ ਲੋਕ ਕਹਿ ਰਹੇ ਨੇ ਕਿ ਪਤਾ ਨਹੀਂ ਵਾਇਰਸ ਹੈ ਵੀ ਹੈ ਕਿ ਨਹੀਂ ਹੈ, ਐਵੇਂ ਡਰਾ ਕੇ ਰੱਖਿਆ। ਸੋ ਬਹੁਤ ਕੁਝ ਚੱਲ ਰਿਹਾ ਹੈਗਾ, ਜਿਹੜੇ ਵਹਿਮ ਹੈਗਾ ਉਹ ਤਾਂ ਚੱਲਦਾ ਰਹੇਗਾ। ਹੁਣ ਮਾਸਕ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਮਾਸਕ ਜਿਹੜੇ ਉਹ ਸਾਨੂੰ ਪਾਉਣੇ ਚਾਹੀਦੇ ਆ ਜੇ ਅਸੀਂ ਬਾਹਰ ਹੈਗੇ ਆ, ਸਾਨੂੰ ਪਤਾ ਹੈ ਕਿ ਅਸੀਂ ਕਿਸੇ ਤੋਂ 2 ਮੀਟਰ ਦੀ ਦੂਰੀ ਦੇ ਉੱਤੇ ਨਹੀਂ ਹੈਗੇ। ਸਕੂਲ ਆਪਣੇ ਜੋ ਪ੍ਰੋਵਿੰਸ ਦੇ ਵਿੱਚ ਸਟਾਰਟ ਹੋ ਰਹੇ ਨੇ, BC ਦੇ ਵਿੱਚ ਪਾਰਸ਼ੀਅਲ ਓਪਨ ਹੋ ਰਹੇ ਨੇ 1 ਜੂਨ ਤੋਂ, ਤੇ ਜਿਹੜੀ ਡਾਕਟਰ ਬੋਨੀ ਹੈਨਰੀ ਨੇ ਆਪਣੇ ਹੈਲਥ ਅਫੀਸ਼ੀਅਲ ਉਹਨਾਂ ਨੇ ਕਿਹਾ ਕਿ ਤੁਸੀਂ ਮਾਸਕ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਪਾਉਣੇ ਆ ਜਾਂ ਨਹੀਂ, ਇਹ ਲਾਜ਼ਮੀ ਨਹੀਂ ਹੈਗਾ। ਸੋ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਬੱਚਿਆਂ ਦੇ ਲਈ ਮਾਸਕ ਪਾਉਣੇ ਜ਼ਰੂਰੀ ਨਹੀਂ ਹੈਗੇ ਸਕੂਲ ਦੇ ਵਿੱਚ। ਇਹਦੇ ਦੇਖੋ 2-3 ਗੱਲਾਂ ਹੈਗੀਆਂ। ਪਹਿਲੀ ਗੱਲ ਹੈਗੀ ਆ ਵੀ ਜਿਹੜਾ ਹੱਥ ਧੋਣਾ ਸਾਬਣ ਔਰ ਪਾਣੀ ਦੇ ਨਾਲ, ਇਹ ਸਭ ਤੋਂ ਉੱਤਮ ਕਰਮ ਹੈ। ਔਰ ਜਿਹੜਾ ਵੀ ਬੱਚਾ ਸਕੂਲੇ ਜਾਊਗਾ ਉਹਨੂੰ ਇਹ ਪਹਿਲੋਂ ਕਰਨਾ ਪਊਗਾ ਸਕੂਲ ਦੇ ਵਿੱਚ ਐਂਟਰੀ ਲੈਣ ਤੋਂ ਪਹਿਲਾਂ। ਦੂਜਾ, ਜਿਹੜੇ ਟੇਬਲ ਔਰ ਡੈਸਕ ਉਹਨਾਂ ਨੇ 8-8 ਫੁੱਟ 'ਚ ਰੱਖੇ ਹੋਏ, 6 ਫੁੱਟ ਨਹੀਂ 8-8 ਫੁੱਟ, ਇਸ ਲਈ ਉਹਨਾਂ ਨੇ ਜਿਹੜੇ 6 ਗ੍ਰੇਡ ਤੋਂ ਥੱਲੇ ਕਲਾਸਿਸ ਹਫ਼ਤੇ 'ਚ 2 ਵਾਰੀ ਹੋਣਗੀਆਂ, 6 ਗ੍ਰੇਡ ਤੋਂ ਉੱਤੇ ਜਿਹੜੇ ਹੈਗੇ 1 ਵਾਰੀ ਹੋਊਗੀ, ਤਾਂ ਕਿ ਰੋਟੇਸ਼ਨ 'ਚ ਬੱਚੇ ਆ ਸਕਣ। ਸੈਨੀਟਾਈਜ਼ਿੰਗ, ਕਲੀਨਲੀਨੈਸ, ਸਾਰਾ ਕੁਝ। ਹੁਣ ਜਿਹੜਾ ਮਾਸਕ ਹੈਗਾ ਇਹ ਆਪਸ਼ਨਲ ਇਸ ਲਈ ਰੱਖਿਆ ਕਿਉਂਕਿ ਕਈ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਪਰਲੀ ਮਾਸਕ ਯੂਜ਼ ਕਰਨਾ ਨਹੀਂ ਹੁੰਦਾ, ਕਈਆਂ ਨੂੰ ਐਜ਼ਮਾ ਵਗੈਰਾ ਵੀ ਹੁੰਦਾ, ਤੇ ਉਹ ਮਾਸਕ ਲਾਈਏ ਤੇ ਉਹਨਾਂ ਦੀ ਹਿਊਮਿਡ ਏਅਰ ਉਹਨਾਂ ਨੂੰ ਬਰੀਥਿੰਗ 'ਚ ਟਰਬਲ ਦੇ ਸਕਦੀ ਆ। ਸੋ ਇਸ ਲਈ ਇਹ ਆਪਸ਼ਨਲ ਰੱਖਿਆ ਗਿਆ ਵੀ ਤੁਸੀਂ ਲਾਉਣਾ, ਬੱਚੇ ਲਾ ਸਕਦੇ ਆ, ਗੋਗਲਸ ਲਾ ਸਕਦੇ ਆ, ਗਲਵਸ ਵੀ ਲਾ ਸਕਦੇ, ਜਿਹਨੂੰ ਆਪਾਂ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜਾਂ PPE ਕਹਿੰਦੇ ਆ। ਹੁਣ ਜਦੋਂ ਇਹ ਕੋਵਿਡ ਦਾ ਪਸਾਰਾ ਚੱਲ ਰਿਹਾ ਸੀ ਪਿਛਲੇ 2-3 ਮਹੀਨੇ 'ਚ ਇੱਥੇ, ਉਦੋਂ ਸਕੂਲ 100% ਸ਼ਟਡਾਊਨ ਨਹੀਂ ਹੋਏ। ਜਿਹੜੇ ਫਰੰਟ ਲਾਈਨ 'ਚ ਡਾਕਟਰਸ, ਨਰਸਿਸ, ਰੈਸਪੀਰੇਟਰੀ ਥੈਰੇਪਿਸਟ ਸਟਾਫ ਕੰਮ ਕਰ ਰਿਹਾ ਸੀ, ਇਵਨ ਅਸੈਂਸ਼ੀਅਲ ਵਰਕਰਸ ਜਿਹੜੇ ਹੈਗੇ ਸੀ ਗਰੋਸਰੀ ਦੇ, ਟਰੱਕਿੰਗ ਦੇ ਵਗੈਰਾ ਜਾਂ ਟ੍ਰਾਂਜ਼ਿਟ ਦੇ, ਉਹਨਾਂ ਦੇ ਬੱਚੇ ਜਾ ਰਹੇ ਸੀ। ਔਰ ਕਰੀਬਨ 5,500 ਬੱਚਾ ਪੂਰੇ BCC ਸਕੂਲ 'ਚ ਗਿਆ। ਔਰ ਉਸ ਦੌਰਾਨ ਤੇ ਕੋਵਿਡ ਬਹੁਤ ਜ਼ਿਆਦਾ ਸੀ ਔਰ ਉਹਦੇ ਵਿੱਚੋਂ ਇੱਕ ਵੀ ਪੋਜ਼ਿਟਿਵ ਰਿਪੋਰਟ ਨਹੀਂ ਹੋਇਆ। ਸੋ ਇਸ ਲਈ ਡਾਕਟਰ ਬੋਨੀ ਹੈਨਰੀ ਨੇ ਸਟੈਪ ਲਿੱਤਾ। ਦੇਖੋ, ਜਿਹੜਾ ਰਿਸਕ ਹੁੰਦਾ ਨਾ ਉਹ ਜ਼ੀਰੋ ਕਦੀ ਨਹੀਂ ਹੁੰਦਾ। ਸੋ ਇਸ ਲਈ ਇਹ ਬਹੁਤ ਲੋ ਰਿਸਕ ਆ, ਮੇਬੀ ਕੁਛ ਨਾ ਕੁਛ ਹੋ ਸਕਦਾ, ਬਟ ਰਿਸਕ ਐਕਸਟ੍ਰੀਮਲੀ ਲੋ ਆ। ਰਿਸਕ ਹਾਈ ਉੱਥੇ ਹੁੰਦਾ ਜਿੱਥੇ ਜ਼ਿਆਦਾ ਸਿਆਣੇ ਆ, ਐਡਲਟ ਆ ਤੇ ਬਜ਼ੁਰਗ ਆ, ਉਸ ਪਾਸੇ ਰਿਸਕ ਜ਼ਿਆਦਾ ਹੁੰਦਾ। ਔਰ ਕਦੀ ਨਾ ਕਦੀ ਤਾਂ ਸਾਨੂੰ ਸਕੂਲ ਖੋਲਣੇ ਪੈਣੇ ਆ। ਹੁਣ ਦੇਖੋ ਆਸਟ੍ਰੇਲੀਆ, ਨਿਊਜ਼ੀਲੈਂਡ ਉੱਥੇ ਸਕੂਲ ਖੁੱਲ ਗਏ ਔਰ ਉਹਨਾਂ ਨੇ ਬੜੀ ਸ਼ਾਂਤੀ ਦੇ ਨਾਲ ਚਲਾ ਰਹੇ, ਠੀਕ ਚੱਲ ਰਿਹਾ। ਯੂਰਪ 'ਚ ਕਈ ਜਗ੍ਹਾ 'ਚ ਖੁੱਲ ਗਏ, ਸਾਊਥ ਕੋਰੀਆ 'ਚ ਖੁੱਲ ਗਏ। ਇੱਕ ਕੰਟਰੀ ਆ ਫਿਲੀਪੀਨਸ, ਉਹਨਾਂ ਦੇ ਜਿਹੜੇ ਕਰਤਾ ਧਰਤਾ ਉਹ ਕਹਿੰਦੇ ਜਦ ਤੱਕ ਵੈਕਸੀਨ ਨਹੀਂ ਆਉਂਦੀ ਅਸੀਂ ਸਕੂਲ ਨਹੀਂ ਖੋਲਣੇ। ਹੁਣ ਦੇਖੋ, ਵੈਕਸੀਨ ਮੇ ਵੀ 12 ਤੋਂ 18 ਮਹੀਨੇ 'ਚ ਆਊਗੀ, ਸ਼ਾਇਦ ਉਸ ਤੋਂ ਵੀ ਗਾਂਹ ਲੱਗ ਜਾਏ, ਸ਼ਾਇਦ ਵੈਕਸੀਨ ਆਵੇ ਨਾ।
ਸੋ ਇਹ ਵੀ ਮੇਰੇ ਹਿਸਾਬ ਦੇ ਨਾਲ ਗਲਤ ਹੈ, ਕਿਉਂਕਿ ਬੱਚਾ ਸੋਸ਼ਲ ਲਰਨਿੰਗ ਵੀ ਕਰਦਾ ਵੀ ਇੱਕ ਦੂਜੇ ਦੇ ਨਾਲ ਮਿਲ ਕੇ, ਟੀਚਰ ਨੂੰ ਦੇਖ ਕੇ, ਫਰੈਂਡਸ ਨੂੰ ਦੇਖ ਕੇ ਰੂਬਰੂ। ਵਰਚੁਅਲ ਟੈਕਨੋਲੋਜੀ ਠੀਕ ਆ, ਬਟ ਉਹਦੀ ਲਿਮਿਟੇਸ਼ਨਸ ਕਿਤੇ ਨਾ ਕਿਤੇ ਹੈਗੀ ਆ। ਸੋ ਇਸ ਲਈ ਜਿਹੜੇ ਕੁਝ ਹਫ਼ਤੇ ਬੱਚਾ ਸਕੂਲ ਜਾਣਗੇ, ਉਹਦੇ 'ਚ ਫਿਰ ਟੀਚਰ ਨੂੰ ਬਾਏ ਬਾਏ ਵੀ ਕਰ ਸਕਦੇ ਸਮਰ ਵਾਸਤੇ, ਉਹ ਆਪਣੇ ਫਰੈਂਡਸ ਨੂੰ ਵੀ ਬਾਏ ਬਾਏ ਕਰ ਸਕਦੇ ਆ। ਸੋ ਇਹ ਆਪਸ਼ਨਲ ਹੈ, ਫੋਰਸ ਨਹੀਂ ਕੀਤਾ ਜਾ ਰਿਹਾ। ਔਰ ਮੈਂ ਪਿਛਲੇ ਹਫ਼ਤੇ ਤੋਂ ਆਫਿਸ 'ਚ ਜਾ ਰਿਹਾ, ਔਰ ਮੈਂ ਸਾਰਿਆਂ ਨੂੰ ਪੁੱਛਦਾ ਜਿਹੜੇ ਵੀ ਆ ਰਹੇ ਆ, ਅਰਾਊਂਡ 40% ਆਫਿਸ 'ਚ 60% ਮੈਂ ਵਰਚੁਅਲੀ ਦੇਖ ਰਿਹਾ। ਉਹ ਸਾਰੇ ਪੈਰੈਂਟਸ ਡਰੇ ਹੋਏ ਆ, ਕਹਿੰਦੇ ਅਸੀਂ ਨਹੀਂ ਭੇਜਣਾ। ਸੋ ਇਹ ਵੋਲੰਟਰੀ ਹੈਗਾ, ਪੈਰੈਂਟਸ ਦਾ ਹੱਕ ਪਹਿਲਾ ਹੈਗਾ, ਉਹ ਸਭ्य ਹੈਗਾ ਆ, ਉਹ ਜਿਸ ਹਿਸਾਬ ਨਾਲ ਚੱਲਣਗੇ ਅਸੀਂ ਉਹਨਾਂ ਨੂੰ ਅਕੋਮੋਡੇਟ ਕਰਾਂਗੇ। ਬਿਲਕੁਲ, ਬਹੁਤ ਡਰ ਹੈਗਾ ਆ, ਕਿਉਂਕਿ ਬੱਚੇ ਛੋਟੇ ਹੁੰਦੇ ਆ, ਕਈ ਜਿਹੜੇ ਜਿਵੇਂ 6th ਗ੍ਰੇਡ ਤੋਂ ਥੱਲੇ ਵਾਲੇ ਬੱਚੇ ਆ, ਕਈਆਂ ਨੂੰ ਸਮਝਾਉਣਾ ਵੀ ਔਖਾ ਹੁੰਦਾ, ਪਰ ਕਈ ਥਿਊਰੀ ਦੇ ਮੁਤਾਬਿਕ ਇਹ ਵੀ ਹੈ ਕਿ ਬੱਚੇ ਛੇਤੀ ਗ੍ਰੈਬ ਕਰ ਲੈਂਦੇ ਨੇ। ਸੋ ਹੁਣ ਇਹ ਪੇਰੈਂਟਸ ਦੇ ਉੱਤੇ ਆ, ਜੇ ਉਹ ਸਹੀ ਮੰਨਦੇ ਆ ਤਾਂ ਉਹ ਭੇਜ ਸਕਦੇ ਆ, ਨਹੀਂ ਤਾਂ ਸੈਪਟੈਂਬਰ ਤੋਂ ਜਿਹੜਾ ਸੈਸ਼ਨ ਉਹ ਸ਼ੁਰੂ ਹੋ ਜਾਏਗਾ। ਹੁਣ ਅਸੀਂ ਸੀਨੀਅਰਸ ਦੀ ਗੱਲ ਕੀਤੀ ਸੀ ਕਿ ਬੱਚੇ ਜਿਹੜੇ ਸਕੂਲ ਦੇ ਵਿੱਚ ਸੇਫ ਹੋਣੇ, ਕਿਉਂਕਿ ਉਹਨਾਂ ਨੇ ਜ਼ਿਆਦਾ ਸੀਨੀਅਰਸ ਦੇ ਨਾਲ ਇੰਟਰੈਕਟ ਨਹੀਂ ਕਰਨਾ, ਉੱਥੇ ਨਹੀਂ ਹੋਣਗੇ ਇੰਨੇ ਸੀਨੀਅਰ। ਪਰ ਸੀਨੀਅਰਸ ਨੂੰ ਲੈ ਕੇ ਜਿਹੜੀ ਇੱਕ ਰਿਪੋਰਟ ਆਈ ਹੈ ਮਿਲਟਰੀ ਦੇ ਵੱਲੋਂ, ਬਹੁਤ ਹੀ ਜਿਹੜੀ ਭਿਆਨਕ ਰਿਪੋਰਟ ਕਿਹਾ ਜਾ ਸਕਦਾ ਹੈ। ਜਿਹੜੇ ਉਹਨਾਂ ਨੇ ਦੱਸਿਆ ਕਿ 5 ਜਿਹੜੇ ਉੱਥੇ 올ਡ ਏਜ ਹੋਮ ਸੀਗੇ, ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਜਾ ਸਕਦੀ। ਹੁਣ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈਗਾ ਹੈ ਕਿ ਇਹ ਜਿਹੜੇ ਕੈਨੇਡਾ ਹੈ, ਉਹਨਾਂ ਨੂੰ ਸਾਰੇ ਸੀਨੀਅਰਸ ਨੇ ਬਣਾਇਆ ਹੈ, ਵੱਡਿਆਂ ਨੇ ਬਣਾਇਆ ਹੈਗਾ, ਤੇ ਉਹਨਾਂ ਦੇ ਨਾਲ ਇਹੋ ਜਿਹਾ ਵਿਵਹਾਰ ਗਲਤ ਹੈ। ਹਰ ਕੋਈ ਇਹਨੂੰ ਕੰਡੈਮ ਕਰ ਰਿਹਾ ਹੈਗਾ, ਇਸ ਵਿਵਹਾਰ ਨੂੰ। ਸੋ ਤੁਸੀਂ ਕੀ ਸੋਚਦੇ ਹੋ ਕਿ ਹੈਲਥ ਕੇਅਰ ਸਿਸਟਮ ਜਿਹੜਾ COVID-19 ਦੇ ਕਰਕੇ ਇਦਾਂ ਦਾ ਸਾਹਮਣੇ ਆ ਰਿਹਾ, ਕਿ ਪਹਿਲਾਂ ਤੋਂ ਹੀ ਹਾਲਤ ਇਦਾਂ ਦੀ ਹੁੰਦੀ ਹੈ ਹੈਲਥ ਕੇਅਰ ਹੋਮ ਦੇ ਵਿੱਚ? ਜਿਹੜੇ ਨਾ ਰੈਜ਼ੀਡੈਂਸ਼ੀਅਲ ਕੇਅਰ ਹੋਮ ਆ, ਜਿੱਥੇ ਬਜ਼ੁਰਗ ਹੁੰਦੇ ਆ, ਸਾਰੇ ਗਵਰਨਮੈਂਟ ਕੰਟਰੋਲ ਨਹੀਂ ਆ, ਬਹੁਤ ਫॉर प्रॉफिट ਵੀ ਆ। ਜਿੱਦਾਂ ਸਮਝੋ ਮੇਰੇ ਕੋਲ ਪੈਸੇ ਆ, ਮੈਂ ਰੈਜ਼ੀਡੈਂਸ਼ੀਅਲ ਕੇਅਰ ਹੋਮ ਖੋਲ ਲਿਆ, ਸੋ ਮੇਰਾ ਮਨੋਰਥ ਹੈਗਾ ਉਹਨੂੰ ਰਨ ਕਰਨਾ ਐਸ ਅ ਬਿਜ਼ਨਸ। ਜਦੋਂ ਅਸੀਂ ਬਿਜ਼ਨਸ ਰਨ ਕਰਦੇ ਹਾਂ, ਠੀਕ ਹੈ, ਅਸੀਂ ਸਰਵਿਸ ਪ੍ਰੋਵਾਈਡ ਕਰਦੇ, ਲੇਕਿਨ ਮਨੋਰਥ ਹੁੰਦਾ ਵੀ ਥੋੜੇ ਪੈਸੇ ਵੀ ਬਣਨੇ ਚਾਹੀਦੇ। ਜਿਹੜਾ ਨਾਨ ਪ੍ਰੋਫਿਟ ਹੁੰਦੇ ਕੇਅਰ ਹੋਮ, ਉਹਨਾਂ ਦੀ ਹਾਲਤ ਠੀਕ ਜੋ ਪੂਰੇ ਕੈਨੇਡਾ 'ਚ ਜਿਹੜੇ ਵੀ ਨਾਨ ਪ੍ਰੋਫਿਟ ਸੀ ਜਾਂ ਜਿਹੜੇ ਗਵਰਨਮੈਂਟ ਰਨ ਸੀ। ਹੁਣ ਪ੍ਰੋਬਲਮ ਇਹ ਆਈ ਵੀ ਓਨਟੇਰੀਓ 'ਚ ਔਰ ਕਿਊਬੈਕ 'ਚ ਜਿੱਥੇ ਬਹੁਤ ਜ਼ਿਆਦਾ ਕੇਸਿਸ ਹੋਏ, ਉੱਥੇ ਉਹਨਾਂ ਨੇ ਕੈਨੇਡੀਅਨ ਆਰਮ ਫੋਰਸ ਨੂੰ ਵੀ ਸੱਦਿਆ ਵੀ ਆ ਕੇ ਸਾਡੀ ਮਦਦ ਕਰੋ। ਔਰ ਜ਼ਿਆਦਾ ਜਿਹੜੀ ਤਰਾਸਦੀ ਆ, ਅਜੇ ਵੀ ਜਿਹੜੀ ਕੈਨੇਡਾ 'ਚ ਡੈਥ ਹੋ ਰਹੀ ਹੈ, ਤਰਾਸਦੀ ਆ, ਉਹ ਰੈਜ਼ੀਡੈਂਸ਼ੀਅਲ ਕੇਅਰ ਹੋਮ ਤੋਂ ਵੀ ਆ ਰਹੀ ਹੈ, ਬਜ਼ੁਰਗ। ਹੁਣ ਦੇਖੋ ਜਿਹੜੇ ਬਜ਼ੁਰਗ ਆ ਉੱਥੇ, ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ ਰਹਿ ਰਹੇ ਆ, ਅੱਜ ਤੋਂ 50-60 ਸਾਲ ਪਹਿਲੋਂ ਉਹ ਕੈਨੇਡਾ ਦੇ ਲਈ ਕੰਮ ਕਰਦੇ ਰਹੇ, ਆਪਣਾ ਖੂਨ ਪਸੀਨਾ ਬਹਾਉਂਦੇ ਰਹੇ, ਟੈਕਸਿਸ ਭਰਦੇ ਰਹੇ, ਉਹਨਾਂ ਨੇ ਸਾਨੂੰ ਪਾਲਿਆ, ਕਦਰਾਂ ਕੀਮਤਾਂ ਦਿੱਤੀਆਂ, ਵੱਡੇ ਕੀਤਾ। ਹੁਣ ਉਹਨਾਂ ਦਾ ਅਖੀਰਲਾ ਸਮਾਂ ਉਹ ਸੁੱਖ ਦਾ ਹੋਣਾ ਚਾਹੀਦਾ। ਔਰ ਕੈਨੇਡੀਅਨ ਗਵਰਨਮੈਂਟ ਹਰ ਇੱਕ ਜਿਹੜਾ ਬਜ਼ੁਰਗ ਰੈਜ਼ੀਡੈਂਸ਼ੀਅਲ ਕੇਅਰ ਹੋਮ ਹੈ, ਉਹਦੇ ਲਈ ਬਹੁਤ ਮੋਟੀ ਰਕਮ ਦਿੰਦੀ ਆ, ਜਿਹੜਾ ਰੈਜ਼ੀਡੈਂਸ਼ੀਅਲ ਕੇਅਰ ਹੋਮ ਦਾ ਜੋ ਵੀ ਮਾਲਿਕ ਆ, ਕੋਈ ਵੀ ਇੰਸਟੀਟਿਊਸ਼ਨ ਹੈ। ਹੁਣ ਜਦੋਂ ਕੈਨੇਡੀਅਨ ਆਰਮ ਫੋਰਸ ਨੇ 5 ਜਿਹੜੀ ਕਾਉਂਟੀਜ਼ ਆ, ਜਿਹਦੇ ਵਿੱਚ ਉਹਨਾਂ ਨੇ ਦੇਖਿਆ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਿਕਰਿੰਗ ਦੇ ਵਿੱਚ ਜਿਹੜਾ ਰੈਜ਼ੀਡੈਂਸ਼ੀਅਲ ਕੇਅਰ ਹੋਮ ਸੀ, ਉਹਦੇ ਵਿੱਚ ਪ੍ਰੋਬਲਮਸ ਆਈਆਂ। ਫਿਰ ਸਕਾਰਬੋ, ਬਰੈਂਪਟਨ, ਇਟੀਬਿਕੋਕ ਤੇ ਇੱਕ ਹੋਰ ਜਗ੍ਹਾ, ਉਹਨਾਂ ਨੇ ਦੇਖਿਆ ਜਿਹੜਾ ਪਿਕਰਿੰਗ ਦਾ ਜਿਹੜਾ ਕੇਅਰ ਹੋਮ ਸੀ, ਉਹਦੇ ਵਿੱਚ ਦੇਖੋ ਜਦੋਂ ਆਪਾਂ ਖਾਣਾ ਖਾਂਦੇ ਆ ਨਾ, ਥੋੜੇ 45 ਡਿਗਰੀ 'ਚ ਜਾਂ ਬਹਿ ਕੇ ਖਾਈਏ ਤੇ ਖਾਣਾ ਸਾਡੇ ਖਾਣੇ ਦੀ ਨਾਲੀ ਤੋਂ ਮਿੱਧ ਜਾਂ ਢਿੱਡ ਜਾਂ ਆਂਤੜੀਆਂ 'ਚ ਜਾਣ ਦੀ ਸੰਭਾਵਨਾ ਹੈਗੀ। ਅਗਰ ਲੰਬੇ ਪੈ ਕੇ ਖਾਈਏ ਤੇ ਸਾਹ ਦੀ ਨਾਲੀ ਦੇ ਵਿੱਚ ਜਾਣ ਦੀ ਸੰਭਾਵਨਾ ਹੋ ਜਾਂਦੀ ਹੈ। ਸੋ ਦੇਖ ਰਹੇ ਸੀ ਵੀ ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ ਸੀ, ਕਈ ਲੇਟੇ ਹੋਏ ਬਜ਼ੁਰਗ, ਉਹਨਾਂ ਨੂੰ ਫੀਡ ਕੀਤਾ ਜਾ ਰਿਹਾ ਸੀ, ਕਈ ਚੋਕ ਹੋ ਰਹੇ ਸੀ ਵੀ ਉਹ ਖਾਣਾ ਉਹਨਾਂ ਦੀ ਖਾਣੇ ਦੀ ਨਾਲੀ ਦੀ ਜਗ੍ਹਾ ਸਾਹ ਦੀ ਨਾਲੀ 'ਚ ਜਾ ਰਿਹਾ ਸੀ। ਔਰ ਉਹਨਾਂ ਨੂੰ ਟ੍ਰੇਨਿੰਗ ਸੀ ਕੈਨੇਡੀਅਨ ਆਰਮ ਫੋਰਸ ਨੂੰ ਵੀ ਕਿੱਦਾਂ ਇਹ ਕਰਨਾ, ਪ੍ਰੀਵੈਂਟਿਵ ਸਟੈਪਸ। ਉਹਨਾਂ ਨੇ ਕਈਆਂ ਨੂੰ ਬਚਾਇਆ। ਇੱਕ ਬਜ਼ੁਰਗ ਸੀ, ਉਹਦੀ ਚੂਲ ਦੀ ਹੱਡੀ, ਜਿਵੇਂ ਹਿਪ ਹੁੰਦਾ, ਉਹ ਫ੍ਰੈਕਚਰ ਪਿਆ ਹੋਇਆ, ਕਿਸੇ ਨੂੰ ਨਹੀਂ ਪਤਾ ਵੀ ਫ੍ਰੈਕਚਰ ਹੋਇਆ ਕਿ ਨਹੀਂ ਹੋਇਆ। ਉਹਨੂੰ ਉਹਨਾਂ ਨੇ ਫਿਰ ਹਸਪਤਾਲ ਲੈ ਕੇ ਗਏ, ਐਡਮਿਟ ਕਰਵਾਇਆ। ਕਾਫੀ ਬਜ਼ੁਰਗ ਸਨ, ਲੇਡੀਜ਼ ਵੀ ਤੇ ਬੰਦੇ, ਉਹਨਾਂ ਦਾ ਬੈੱਡ 'ਚ ਟੱਟੀ ਔਰ ਪਿਸ਼ਾਬ ਨਿਕਲਿਆ ਹੋਇਆ ਸੀ, ਨਹੀਂ ਪਤਾ ਸੀ, ਹਨਾ। ਕਾਫੀ ਜਗ੍ਹਾ ਕਾਕਰੋਚ, ਕਾਫੀ ਜਗ੍ਹਾ ਜਿਹੜੀਆਂ ਮੱਖੀਆਂ ਉਹ ਤੁਰੀਆਂ ਫਿਰਦੀਆਂ ਸੀ। ਇਹਨਾਂ ਨੂੰ ਘੱਟ ਤੋਂ ਘੱਟ 3 ਵਾਰੀ ਰੋਟੀ ਦੇਣੀ ਪੈਂਦੀ ਆ, ਬ੍ਰੇਕਫਾਸਟ, ਲੰਚ, ਡਿਨਰ। ਔਰ ਉਹਨਾਂ ਨੇ ਇਹ ਦੇਖਿਆ ਵੀ ਇੱਕ ਤਾਂ ਰੋਟੀ ਦੀ ਅਮਾਊਂਟ ਘੱਟ ਦਿੱਤੀ ਜਾ ਰਹੀ ਹੈ, ਦੂਜਾ 2 ਚਮਚ ਪਾ ਕੇ ਅਗਰ ਬਜ਼ੁਰਗ ਥੋੜਾ ਕਹਿੰਦਾ ਵੀ ਮੈਂ ਫੁੱਲ ਹੋ ਗਿਆ, ਦੁਬਾਰਾ ਨਹੀਂ ਉਹਨੂੰ ਪੁੱਛਿਆ ਜਾਂਦਾ। ਵੀ ਦੇਖੋ ਕਈ ਵਾਰ ਬੱਚਾ ਵੀ ਜਿਹੜਾ ਹੈਗਾ, ਉਹਨਾਂ ਨਾਲ ਸਾਨੂੰ ਟਾਈਮ ਸਪੈਂਡ ਕਰਨਾ ਪੈਂਦਾ ਹੈ ਨਾ, ਬੱਚਾ ਬਜ਼ੁਰਗ ਕੋਈ ਹੁੰਦਾ। ਸੋ ਦੂਜੀ ਗੱਲ, ਉਹਨਾਂ ਨੂੰ ਨਾ ਦਵਾਈਆਂ ਦਿੱਤੀਆਂ ਜਾਂਦੀਆਂ ਵੀ ਜਿਹਦੇ ਨਾਲ ਉਹ ਸੁੱਤੇ ਰਹਿਣ, ਵੀ ਉਹ ਜਾ ਕੇ ਤੁਹਾਨੂੰ ਤੰਗ ਨਾ ਕਰਨ। ਔਰ ਜਿਹੜੇ ਵਰਕਰਸ ਉੱਥੇ ਕੰਮ ਕਰ ਰਹੇ ਸੀ, ਉਹ ਓਵਰਵਰਕਡ ਆ, ਉਹਨਾਂ ਦੀ ਪੇ ਬਹੁਤ ਲੋ ਆ, ਲੋਵੈਸਟ ਪੇਡ ਹੈਗੇ ਆ। ਉਹਨਾਂ ਨੂੰ ਹੈਲਥ ਬਾਰੇ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ। ਉਹਨਾਂ ਨੂੰ ਇਹ ਵੀ ਨਹੀਂ ਪਤਾ ਪ੍ਰੋਟੈਕਟਿਵ ਇਕਵਿਪਮੈਂਟ ਕਿੱਦਾਂ ਪੂਰੀ ਤਰ੍ਹਾਂ ਲਾਉਣੇ ਜਾਂ ਕੀ ਕਰਨਾ ਅਗਰ ਬਜ਼ੁਰਗ ਨੂੰ ਕੋਈ ਟਰਬਲ ਆ ਰਹੀ ਹੈ, ਵੀ ਨੈਕਸਟ ਸਟੈਪ ਕੀ ਹੈਗਾ। ਸੋ ਕਿਤੇ ਨਾ ਕਿਤੇ ਉਹਨਾਂ ਦੀ ਐਜੂਕੇਸ਼ਨ ਜਾਂ ਟ੍ਰੇਨਿੰਗ ਹੈ ਉੱਥੇ ਵੀ ਘੱਟ ਸੀ।
ਔਰ ਬਜ਼ੁਰਗਾਂ ਨੂੰ ਜਦੋਂ ਉਹਨਾਂ ਨੇ ਸਵਾਲ ਪੁੱਛਿਆ, ਕਈਆਂ ਨੇ ਆਖਿਆ ਵੀ ਅਸੀਂ ਤਾਂ ਹੁਣ ਜੇਲ੍ਹ ਤੇ ਪਏ ਹੋਏ ਆ, ਸਾਨੂੰ ਨਹੀਂ ਪਤਾ ਵੀ ਸਾਨੂੰ ਹੁਣ ਸੁੱਖ ਦਾ ਸਾਹ ਕਦੋਂ ਹੋਣਾ। ਸੋ ਹੁਣ ਦੇਖੋ, ਜਦੋਂ ਇਹ ਰਿਪੋਰਟ ਓਨਟਾਰੀਓ ਦੇ ਪ੍ਰੀਮੀਅਰ ਮਾਨਯੋਗ ਡਗ ਫੋਰਡ ਸਾਹਿਬ ਨੇ ਪੜ੍ਹੀ, ਤੇ ਪਹਿਲੇ ਉਹਨਾਂ ਦੇ ਓਪਨਿੰਗ ਸਟੇਟਮੈਂਟ ਸੀ ਵੀ ਅੱਜ ਜਿਹੜੀ ਮੈਂ ਰਿਪੋਰਟ ਪੜ੍ਹਨ ਲੱਗਾ ਮੇਰੀ ਆਂਤੜੀਆਂ ਵੀ ਰੋ ਪਈਆਂ। ਮਤਲਬ ਇਹ ਕਿ ਦਰਦਨਾਕ ਰਿਪੋਰਟ ਸੀ। ਸੋ ਇਹਦੇ ਉੱਤੇ ਇਹ ਆ ਵੀ ਸਾਨੂੰ ਹੁਣ ਉਹ ਜਿਹੜੇ ਕ੍ਰੈਕਸ ਹੈਗੇ ਆ ਉਹਨੂੰ ਫਿਲ ਕਰਨਾ ਚਾਹੀਦਾ, ਸਾਨੂੰ ਲਰਨ ਕਰਨਾ ਚਾਹੀਦਾ, ਔਰ ਇਹ ਦੁਬਾਰਾ ਨਾ ਹੋਏ। ਸਾਨੂੰ ਮੈਜਰਸ ਲੈ ਕੇ ਆਉਣੇ ਚਾਹੀਦੇ, ਰੈਗੂਲੇਟ ਕਰਨਾ ਚਾਹੀਦਾ। ਦੇਖੋ, ਇੱਕ ਅੱਛੀ ਐਗਜ਼ਾਮਪਲ ਬਿਲਕੁਲ ਸਰੀ ਦੇ ਸਰਜ਼ਮੀਨ ਦੇ ਉੱਤੇ ਆ, ਚਰਨਪਾਲ ਗਿੱਲ ਤੇ ਹੁਣ ਉਹਨਾਂ ਦੇ ਪ੍ਰੈਜ਼ੀਡੈਂਟ ਸਤਬੀਰ ਚੀਮਾ ਜੀ ਹੈਗੇ, ਪਿਕਸ ਪ੍ਰੋਗਰੈਸਿਵ ਇੰਟਰਕਲਚਰਲ ਸੁਸਾਇਟੀ, ਔਰ ਉਹਨਾਂ ਦਾ ਰੈਜ਼ੀਡੈਂਸ਼ੀਅਲ ਕੇਅਰ ਹੋਮ 75 ਤੇ ਸਕਾਟ ਰੋਡ ਦੇ ਲਾਗੇ ਆ, ਇੱਕ ਬਲਾਕ ਅੰਦਰ। ਤੇ ਉੱਥੇ ਤੁਸੀਂ ਦੇਖੋ ਕੋਈ ਵੀ ਕੋਵਿਡ ਦਾ ਕੇਸਿਸ ਨਹੀਂ ਹੈਗਾ। ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਉਹ ਪੈਸੇ ਨਹੀਂ ਕਮਾਉਂਦੀ, ਜਿੰਨਾ ਵੀ ਪੈਸਾ ਮਿਲਦਾ ਬਜ਼ੁਰਗਾਂ ਦੇ ਉੱਤੇ ਲਾਉਂਦੀ। ਠੀਕ ਹੈ, ਥੋੜੀ ਮੈਨੇਜਮੈਂਟ ਵਾਸਤੇ ਉਹਨਾਂ ਦਾ ਸਟਾਫ ਹੈਗਾ, ਉਹਨਾਂ ਦੀ ਨਰਸਿਸ, ਉਹਨਾਂ ਦੇ ਕੇਅਰ ਟੇਕਰ ਬਹੁਤ ਹਾਈਲੀ ਐਜੂਕੇਟਿਡ ਆ। ਮੈਂ ਉੱਥੇ ਸਾਲ 'ਚ 2 ਵਾਰੀ, ਡਾਕਟਰ ਚੀਮਾ ਉੱਥੇ 2 ਵਾਰੀ, ਹੋਰ ਡਾਕਟਰਸ ਜਾਂਦੇ ਆ। ਜੇ ਬੈਨ ਸੁਣੀ ਉਹਨਾਂ ਦੇ ਜਿਹੜੇ ਹੈਗੇ ਐਜੂਕੇਸ਼ਨ ਕੋਆਰਡੀਨੇਟਰ, ਉਹ ਬਕਾਇਦਾ ਸਾਦੇ ਰਹਿੰਦੇ ਆ ਲੋਕੀ ਤਾਂ ਕਿ ਐਜੂਕੇਸ਼ਨ ਮਿਲੇ, ਔਰ ਜਿਹੜਾ ਉਹਨਾਂ ਦਾ ਸਟਾਫ ਹੈ ਵੈਲ ਟ੍ਰੇਨਡ ਆ। ਸੋ ਕਿਤੇ ਨਾ ਕਿਤੇ ਸਾਨੂੰ ਉਹ ਜਿਹੜਾ ਹੈਗਾ ਰੋਲ ਮਾਡਲਿੰਗ ਪਿਕਸ ਦੀ ਕਰਨੀ ਚਾਹੀਦੀ, ਔਰ ਗਵਰਨਮੈਂਟ ਨੂੰ ਬਹੁਤੇ ਸਾਰੇ ਜਿਹੜੇ ਹੈਗੇ ਆ ਇਹ ਨਾਨ ਜਿਹੜੇ ਹੈਗੇ ਆ ਪ੍ਰੋਫਿਟ ਵਾਲੇ ਹੋਣੇ ਚਾਹੀਦੇ ਆ, ਵੀ ਜਿਹੜੇ ਇਹਦੇ ਵਿੱਚ ਬਜ਼ੁਰਗਾਂ ਦਾ ਪੈਸਾ ਬਜ਼ੁਰਗਾਂ 'ਚ ਇਨਵੈਸਟ ਹੋਏ, ਵੀ ਕੋਈ ਉਹਨਾਂ ਤੋਂ ਪੈਸਾ ਨਾ ਕਮਾਵੇ। ਸੋ ਸਾਨੂੰ ਇਹ ਰੈਗੂਲੇਟ ਕਰਨਾ ਪੈਣਾ। ਔਰ ਮੇਰੇ ਖਿਆਲ ਨਾਲ ਜਿਹੜਾ ਪਿਕਰਿੰਗ ਵਾਲਾ ਜਿਹੜਾ ਹੈਗਾ ਸੀ ਰੈਜ਼ੀਡੈਂਸ਼ੀਅਲ ਕੇਅਰ ਹੋਮ, ਉਹਦੇ ਅਗੇਂਸਟ ਆਲਰੇਡੀ ਕਲਾਸ ਐਕਸ਼ਨ ਲਾਅ ਸੂਟ ਵੀ ਦਰਜ ਆ, ਸ਼ਾਇਦ ਹੁਣ ਹੋਰ ਦੇ ਅਗੇਂਸਟ ਵੀ ਆਊਗਾ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈਗੀ ਹੈ, ਚਾਹੇ ਉਹ ਸਾਡੇ ਘਰਾਂ ਦੇ ਵਿੱਚ ਨੇ, ਚਾਹੇ ਉਹ ਰੈਜ਼ੀਡੈਂਸ਼ੀਅਲ ਹੋਮ ਦੇ ਵਿੱਚ, ਕਿਉਂਕਿ ਉਹਨਾਂ ਦੀ ਡਿਊਟੀ ਹੈ। ਜਿਹੜੇ ਹੈਲਥ ਅਫੀਸ਼ੀਅਲ ਉੱਥੇ ਕੰਮ ਕਰਦੇ ਨੇ, ਉਹਨਾਂ ਦੀ ਡਿਊਟੀ ਹੈ ਕਿ ਉਹ ਉਹਨਾਂ ਨੂੰ ਸੰਭਾਲਣ, ਜਿਹੜੇ ਉੱਥੇ ਕੰਮ ਕਰ ਰਹੇ ਨੇ। ਪਰ COVID-19 ਦੇ ਕਰਕੇ ਕਿਤੇ ਨਾ ਕਿਤੇ ਡਰ ਬਣਿਆ ਹੋਇਆ ਕਿ ਕਿਤੇ ਸਾਨੂੰ ਨਾ ਹੋ ਜਾਵੇ ਕੋਵਿਡ। ਸੋ ਇਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਹੈਲਥ ਵਾਲੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਤੋਂ। ਹਾਂ, ਉਹ ਵੀ ਇੱਕ ਰੀਜ਼ਨ ਹੈਗਾ ਵੀ ਕਾਫੀ ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ ਜਿਹੜੇ ਲੋਕੀ ਕੰਮ ਕਰਦੇ ਸੀ, ਉਹਨਾਂ ਨੂੰ 4-4 ਘੰਟੇ ਰੱਖਿਆ ਜਾਂਦਾ ਸੀ ਉੱਥੇ, ਤਾਂ ਕਿ ਉਹ ਪੱਕਿਆ ਨਾ ਕਰ ਸਕਣ। ਕਿਉਂਕਿ ਅਗਰ ਤੁਸੀਂ ਫੁੱਲ ਟਾਈਮਰ ਹੁੰਦੇ ਆ, ਤੁਹਾਨੂੰ ਫਿਰ ਐਕਸਟੈਂਡਡ ਹੈਲਥ ਬੈਨੀਫਿਟ ਦੇਣੀ ਪੈਂਦੀ ਆ, ਤੁਹਾਡੀ ਜਿਹੜੀ ਯੂਨੀਅਨਾਈਜ਼ ਹੋ ਸਕਦੀ ਆ, ਤੁਹਾਡੇ ਰੇਟਸ ਵੱਧ ਸਕਦੇ ਆ। ਇਸ ਲਈ ਜਿਹੜੇ ਉਹਨਾਂ ਦੇ ਮਾਲਕ ਸੀ, ਉਹਨਾਂ ਨੂੰ 4-4 ਘੰਟੇ ਦੀ, ਉਹ ਵਿਚਾਰੇ 2 ਜਾਂ 3 ਜਗ੍ਹਾ ਜਾ ਕੇ ਮਸਾ ਆਪਣਾ ਪਰਿਵਾਰ ਪਾਲ ਸਕਦੇ ਸੀ। ਸੋ ਕਿਤੇ ਨਾ ਕਿਤੇ ਸਾਨੂੰ ਇਹ ਜਿਹੜਾ ਸਿਸਟਮ ਹੈ ਉਹਨੂੰ ਓਵਰਹਾਲ ਕਰਨਾ ਪੈਣਾ। ਔਰ ਕਈ ਤਾਂ ਨਹੀਂ ਸ਼ੋ ਅਪ ਹੋ ਰਹੇ ਕਿਉਂਕਿ ਉਹਨਾਂ ਨੂੰ ਵੀ ਡਰ ਸੀ ਵੀ ਸਾਨੂੰ ਕੋਵਿਡ ਨਾ ਹੋ ਜਾਏ, ਕਿਉਂਕਿ ਰੈਜ਼ੀਡੈਂਸ਼ੀਅਲ ਕੇਅਰ ਜਿਹੜਾ ਪਿਕਰਿੰਗ ਵਾਲਾ ਜਿਹੜਾ ਹੁਣ ਕਲਾਸ ਐਕਸ਼ਨ ਲਾਅ ਸੂਟ ਹੈ, 77 ਮੌਤਾਂ ਹੋ ਗਈਆਂ ਤੇ 200 ਤੋਂ ਜ਼ਿਆਦਾ ਐਕਟਿਵ ਕੇਸ ਅਜੇ ਵੀ ਉਸ ਇੰਸਟੀਟਿਊਸ਼ਨ 'ਚ ਕੋਵਿਡ ਦੇ ਹੈਗੇ ਆ। ਸੋ ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਵੀ, ਕਿਉਂਕਿ ਅਗਰ ਆਪਾਂ ਕਹਿ ਰਹੇ ਹਾਂ ਸੈਕੰਡ ਵੇਵ ਮੇ ਵੀ ਆਉਣੀ ਆ, ਤੇ ਆ ਜਿਹੜੇ ਏਰੀਆਸ ਹੈ ਇਹ ਸਭ ਤੋਂ ਜ਼ਿਆਦਾ ਪ੍ਰੋਟੈਕਟਡ ਹੋਣੇ ਚਾਹੀਦੇ। ਅਗਰ ਕੈਨੇਡਾ 'ਚ ਆਖੀਏ ਤੇ 79% ਤੋਂ ਜ਼ਿਆਦਾ ਮੌਤਾਂ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ ਹੋਈਆਂ। 60 ਇਅਰਸ ਤੋਂ ਜ਼ਿਆਦਾ ਲੋਕਾਂ ਦੇ ਵਿੱਚ 90% ਤੋਂ ਜ਼ਿਆਦਾ ਮੌਤਾਂ ਹੋਈਆਂ। ਸੋ ਸਾਨੂੰ ਜਿਹੜਾ ਵਲਨਰੇਬਲ ਪੋਪੂਲੇਸ਼ਨ ਹੈਗਾ ਉਹਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ, ਔਰ ਉਹਦੇ ਉੱਤੇ ਜ਼ਿਆਦਾ ਰਿਸੋਰਸਿਸ ਲੈ ਕੇ ਆਉਣੇ ਚਾਹੀਦੇ। ਪੀਕ ਦੀ ਗੱਲ ਕੀਤੀ ਅਸੀਂ ਕਿ ਦੁਬਾਰਾ ਪੀਕ ਆ ਸਕਦੀ ਹੈ, ਕਿਉਂਕਿ ਵਾਇਰਸਿਸ ਜਿਹੜੇ ਨੇ ਉਹ ਹਮੇਸ਼ਾ ਹਿਸਟਰੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਉਹਨਾਂ ਦੀ ਦੂਜੀ, ਤੀਜੀ ਤੇ ਚੌਥੀ ਵੇਵ ਵੀ ਆਈ ਹੈਗੀ ਹੈ ਵਾਇਰਸ ਦੀ। ਹੁਣ ਜੇ COVID-19 ਦੀ ਵੇਵ ਆਉਂਦੀ ਹੈਗੀ ਹੈ ਦੁਬਾਰਾ, ਜਾਂ ਪੀਕ ਦੇ ਉੱਤੇ ਕੇਸ ਚਲੇ ਜਾਂਦੇ ਨੇ, ਜਾਂ ਡੈਥਸ ਜ਼ਿਆਦਾ ਹੋ ਜਾਂਦੀਆਂ ਨੇ, ਉਹਦੇ ਲਈ ਪਹਿਲਾਂ ਤੋਂ ਕੀ ਕਰ ਲੈਣਾ ਚਾਹੀਦਾ ਹੈ? ਪਹਿਲਾਂ ਤੋਂ ਕੀ ਕੁਝ ਕਰਨਾ ਚਾਹੀਦਾ ਹੈਗਾ? ਤਿਆਰੀ ਕੀ ਕਰਨੀ ਚਾਹੀਦੀ ਹੈ? ਹੁਣ ਦੇਖੋ, ਜਿਹੜਾ BC ਦਾ ਮਾਡਲ ਹੈ ਉਹਦੀ ਮੈਂ ਗੱਲ ਕਰਾਂਗਾ। ਬ੍ਰਿਟਿਸ਼ ਕੋਲੰਬੀਆ 'ਚ ਸਾਡੇ ਕੋਲ 6000 ਹਸਪੀਟਲ ਬੈੱਡ ਹੈਗਾ। ਸੋ ਮੈਕਸਿਮਮ ਟੂ ਮੈਕਸਿਮਮ ਵੀ ਅਸੀਂ 170 ਤੇ ਗਏ ਸੀ, ਉਸ ਤੋਂ ਉੱਤੇ ਨਹੀਂ ਟੱਪੇ। ICU 'ਚ ਮੈਕਸਿਮਮ ਟੂ ਮੈਕਸਿਮਮ ਅਸੀਂ 50 ਦੇ ਲਾਗੇ ਜਾ ਕੇ ਆਪੜੇ ਸੀ। ਸੋ ਸਾਡੇ ਕੋਲ ਮੈਨ ਪਾਵਰ ਹੈਗਾ, ਬੈਡਸ ਹੈਗੀ ਆ, ਇਕਵਿਪਮੈਂਟ ਹੈਗਾ, ਵੈਂਟੀਲੇਟਰ ਹੈਗੇ ਆ, ਕੈਪੈਸਿਟੀ ਹੈਗੀ ਆ। ਇਹ ਤਾਂ ਹੈਗਾ ਵੀ ਸਾਡੀ ਤਿਆਰੀ ਬਿਲਕੁਲ ਠੀਕ ਹੈ। ਦੂਜੀ ਗੱਲ, ਅਗਰ ਨਾ ਹੀ ਹੋਵੇ ਚੀਜ਼ ਤਾਂ ਵਧੀਆ ਗੱਲ ਹੈ। ਸੋ ਉਹਦੇ ਲਈ ਅਸੀਂ ਇਹ ਦੇਖਿਆ ਵੀ ਜਦੋਂ ਆਪਾਂ ਲਾਕਡਾਊਨ ਤੇ ਰਹੇ ਤਾਂ ਕਮਿਊਨਿਟੀ ਸਪਰੈਡ ਖਤਮ ਹੋ ਗਿਆ। ਸੋ ਬੰਦਾ ਹੀ ਬੰਦੇ ਨੂੰ ਸਪਰੈਡ ਕਰ ਰਿਹਾ ਨਾ। ਸੋ ਅਗਰ ਆਪਾਂ 6 ਫੁੱਟ ਦਾ ਜਿਹੜਾ ਫਿਜ਼ੀਕਲ ਡਿਸਟੈਂਸ ਰੱਖੀਏ, ਸਾਬਣ ਔਰ ਪਾਣੀ ਦੇ ਨਾਲ ਹੱਥ ਧੋਈਏ, ਔਰ ਜਿੱਥੇ ਨਹੀਂ ਸਾਬਣ ਪਾਣੀ ਹੈਗਾ ਉੱਥੇ ਸੈਨੀਟਾਈਜ਼ਰ ਯੂਜ਼ ਕਰੀਏ, ਮਾਸਕ ਲਾਈਏ ਅਗਰ ਬਾਹਰ ਜਾਂਦੇ ਆ, ਅਸੀਂ ਉਹ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਲੰਬੇ ਅਰਸੇ ਤੱਕ ਕਰਨੀਆਂ ਪੈਣੀਆਂ। ਔਰ 50 ਤੋਂ ਜ਼ਿਆਦਾ ਗੈਦਰਿੰਗ ਮੇਰੇ ਖਿਆਲ ਨਾਲ ਜਦ ਤੱਕ ਵੈਕਸੀਨੇਸ਼ਨ ਨਹੀਂ ਹੁੰਦੀ ਇਹ ਨਹੀਂ ਮਾਨਤਾ ਮਿਲੇਗੀ, ਜਿਹਦੇ ਵਿੱਚ ਖਾਸ ਕਰਕੇ ਸਾਡੇ ਵਿਆਹ ਸ਼ਾਦੀਆਂ, ਪਾਰਟੀਆਂ, ਨਗਰ ਕੀਰਤਨ, ਜਲੂਸ, ਸਪੋਰਟਸ ਇਵੈਂਟਸ ਵਗੈਰਾ ਵਗੈਰਾ ਹੁੰਦੇ। ਸੋ ਸਾਨੂੰ ਕੁਝ ਸਮੇਂ ਵਾਸਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰਾਈਜ਼ ਅਬਵ ਕਰਕੇ ਜਿਹੜੀ ਬਿਗਰ ਪਿਕਚਰ ਉਹ ਦੇਖਣੀ ਪੈਣੀ, ਕਿਉਂਕਿ ਮੇਰਾ ਸੁਭਾਅ ਤੁਹਾਨੂੰ ਅਫੈਕਟ ਕਰ ਸਕਦਾ ਅਗਰ ਮੈਂ ਠੀਕ ਤਰ੍ਹਾਂ ਨਹੀਂ ਕਰ ਰਿਹਾ ਨਾ, ਔਰ ਤੁਹਾਡਾ ਸੁਭਾਅ ਮੈਨੂੰ ਅਫੈਕਟ ਕਰ ਸਕਦਾ।
ਸੋ ਸਾਨੂੰ ਸਾਰਿਆਂ ਨੂੰ ਸਭ्य ਰਹਿਣਾ ਚਾਹੀਦਾ, ਐਜੂਕੇਟਿਡ ਰਹਿਣਾ ਚਾਹੀਦਾ। ਔਰ ਨਿਊਜ਼ੀਲੈਂਡ 'ਚ ਜਿਹੜਾ ਉਹਨਾਂ ਨੇ ਕੀਤਾ 5 ਦਿਨ ਹੋ ਗਏ ਕੋਈ ਹੁਣ ਕੋਵਿਡ ਨਹੀਂ ਆਇਆ। ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਸਲੂਟ ਦੇ ਹੱਕਦਾਰ ਨੇ। ਇੱਕ ਛੋਟਾ ਬੇਬੀ ਲੈ ਕੇ ਵੀ ਦੇਖੋ ਉਹਨਾਂ ਨੇ ਜੋ ਪਰਫਾਰਮ ਕੀਤਾ। ਆਸਟ੍ਰੇਲੀਆ ਨੇ ਵੀ ਵਧੀਆ ਕੀਤਾ। ਹੁਣ ਆਸਟ੍ਰੇਲੀਆ ਵਾਲੇ ਜਿਹੜੇ ਮਾਹਿਰ ਆ ਉਹਨਾਂ ਦੇ ਸੈਂਟਰ ਫॉर ਡਿਜ਼ੀਜ਼ ਕੰਟਰੋਲ, ਉਹ ਕਹਿੰਦੇ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਮੇ ਵੀ ਸਾਡੀ ਕੰਟਰੀ 'ਚ ਸੈਕਿੰਡ ਵੇਵ ਨਾ ਆਵੇ, ਕਿਉਂਕਿ ਅਸੀਂ ਲਾਕਡਾਊਨ ਜਿਹੜਾ ਹੈਗਾ ਬਾਹਰੋਂ ਲੈਣਾ ਨਹੀਂ, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਹੀ ਮਿਲੂਗਾ। ਔਰ ਆਪਸ 'ਚ ਇੱਕ ਜਿੱਦਾਂ ਆਪਾਂ ਅਮਰੀਕਾ ਦੇ ਨਾਲ ਮਿਲਦੇ ਆ, ਉਹਦਾ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਆਪਸ 'ਚ ਬਹੁਤ ਮਿਲਦੇ ਆ। ਸੋ ਅਗਸਤ ਦੇ ਵਿੱਚ ਉਹ ਆਪਸ 'ਚ ਮਿਲਣਾ ਜੁਲਣਾ ਵੀ ਸ਼ੁਰੂ ਕਰਨਗੇ। ਸੋ ਸਾਨੂੰ ਵੀ ਕੁਝ ਲਰਨ ਕਰਨਾ ਚਾਹੀਦਾ ਵੀ ਜਿਹੜਾ ਸਾਡਾ ਮੇਨ ਇਨਫਲਕਸ ਹੋਇਆ ਕੋਵਿਡ ਦਾ, ਐਕਚੁਅਲੀ ਉਹ ਅਮਰੀਕਾ ਤੋਂ ਹੋਇਆ 40% ਜਿਹੜੇ ਮੁੱਢਲੇ ਕੇਸਿਸ, 30% ਯੂਰਪ ਤੋਂ ਹੋਇਆ। ਸੋ ਸਾਨੂੰ ਕਿਤੇ ਨਾ ਕਿਤੇ ਉੱਥੇ ਬੈਰੀਅਰਸ ਜਿਹੜੇ ਹੈਗੇ ਥੋੜੇ ਲੰਬੇ ਅਰਸੇ ਤੱਕ ਲਾਉਣੇ ਚਾਹੀਦੇ। ਬਿਲਕੁਲ। ਜਿਹੜੇ ਰਾਸ਼ਟਰਪਤੀ ਨੇ ਅਮਰੀਕਾ ਦੇ, ਉਹਨਾਂ ਨੇ ਕਿਹਾ ਕਿ ਸ਼ਾਇਦ ਮੈਂ ਯੂਰਪ ਦਾ ਜਿਹੜਾ ਬਾਰਡਰ ਹੈਗਾ ਉਹ ਖੋਲ ਦੇਵਾਂ, ਪਰ ਹੁਣ ਅਸੀਂ ਸੋਚ ਰਹੇ ਹਾਂ ਕਿ ਅਸੀਂ ਬਾਰਡਰ ਕਦੋਂ ਖੋਲਣਾ ਹੈ, ਕਿਉਂਕਿ ਕੈਨੇਡਾ ਦਾ ਜਿਹੜਾ ਬਾਰਡਰ ਹੈਗਾ ਆ ਉਹ ਉਧਰ, ਜੇ ਨਿਆਗਰਾ ਵਾਲਾ ਬਾਰਡਰ ਦੀ ਗੱਲ ਕਰ ਲਈਏ ਜਾਂ ਅਸੀਂ ਇੱਥੇ ਵਾਲੇ ਉਹ ਆਈਟਰੌਕ ਬਾਰਡਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਕੇਸ ਹੈਗੇ ਨੇ। ਸੋ ਉਹ ਵੀ ਸਰਕਾਰਾਂ ਨੂੰ ਸੋਚ ਕੇ ਜਿਹੜਾ ਇਹਦਾ ਲੈਣਾ ਚਾਹੀਦਾ ਡਿਸੀਜ਼ਨ ਕਿ ਕਦੋਂ ਜਿਹੜੇ ਬਾਰਡਰ ਨੇ ਉਹ ਖੋਲੇ ਜਾਣੇ ਚਾਹੀਦੇ ਨੇ। ਤੇ ਹੁਣ ਅਸੀਂ ਜਿਵੇਂ ਅਸੀਂ ਗੱਲ ਕੀਤੀ ਸੀਗੀ ਕਿ 50 ਬੰਦੇ ਗੈਦਰ ਹੋ ਸਕਦੇ ਆ BC ਦੀ। ਸੋ ਤੁਹਾਡੇ ਕੁਐਸਚਨ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਕੁਐਸਚਨ ਕਰਦੇ ਨੇ ਕਿ 50 ਬੰਦੇ ਕਿਸ ਤਰ੍ਹਾਂ ਨਾਲ ਗੈਦਰ ਹੋ ਸਕਦੇ ਨੇ। ਸੋ ਜਿਵੇਂ ਹੁਣ ਕਿਸੇ ਦੀ ਬਰਥਡੇ ਪਾਰਟੀ ਹੈ, ਕਹਿੰਦੇ 50 ਬੰਦੇ ਤਾਂ ਗੈਦਰ ਹੋ ਹੀ ਸਕਦੇ ਆ, ਤਾਂ ਅਸੀਂ ਕੋਈ ਨਾ ਅਸੀਂ 50 ਜਾਣਿਆਂ ਨੂੰ ਲਿਸਟ ਵਿੱਚ ਲਿਖ ਕੇ ਤੇ ਅਸੀਂ ਉਹਨਾਂ ਨੂੰ ਘਰੇ ਬੁਲਾ ਸਕਦੇ ਹਾਂ, ਜਾਂ ਸਾਡੀ ਬੈਕਯਾਰਡ ਵੱਡੀ ਆ ਉੱਥੇ ਬੁਲਾ ਸਕਦੇ ਹਾਂ। ਕੀ 50 ਬੰਦੇ ਇੱਕ ਘਰ ਦੇ ਵਿੱਚ ਵੀ ਗੈਦਰ ਹੋ ਸਕਦੇ ਨੇ? ਘਰ ਦੇ ਵਿੱਚ ਔਖਾ, ਕਿਉਂਕਿ ਤੁਸੀਂ ਫਿਜ਼ੀਕਲ ਡਿਸਟੈਂਸ ਕਿੱਦਾਂ ਮੇਨਟੇਨ ਕਰੋਗੇ, ਹਨਾ। ਜਿਹੜੇ ਤੁਹਾਡੇ ਘਰ ਦੇ ਨਿਕਟਵਰਤੀ ਲੋਕੀ, ਚਲੋ ਉਹ ਤੇ ਤੁਸੀਂ ਉਹਨਾਂ ਨਾਲ ਰਹਿ ਰਹੇ ਹੋ, ਤੁਹਾਨੂੰ ਪਤਾ, ਔਰ ਉਹਦੇ ਨਾਲ ਤੁਸੀਂ ਕਲੋਜ਼ ਹੋ, ਲੇਕਿਨ ਬਾਹਰੋਂ ਜਿਹੜੇ ਸੱਦਨੇ ਆ ਉਹ ਤੁਸੀਂ ਰਿਸਕ ਲੈ ਰਹੇ ਹੋ। ਔਰ ਜਿਹੜਾ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ। ਜਿਹਦਾ ਯਾਰਡ ਬਹੁਤ ਵੱਡਾ, ਉਹ ਕੋਸ਼ਿਸ਼ ਕਰੇ ਵੀ 6-6 ਫੁੱਟ ਦੀ। ਹੁਣ 6-6 ਫੁੱਟ ਦੇ ਬਿਠਾਵਾਂਗੇ ਤਾਂ ਉਦਾਂ ਹੀ ਉਹਨਾਂ ਨੂੰ ਮਜ਼ਾ ਨਹੀਂ ਆਉਣਾ, ਹਨਾ, ਇੰਟਰੈਕਸ਼ਨ ਵਾਸਤੇ, ਕਿਉਂਕਿ ਆਪਾਂ ਬਹੁਤ ਕਲੋਜ਼ ਨਿਟ ਕਲਚਰ ਹੈਗੇ ਆ। ਸੋ ਅਜੇ ਮੈਂ ਕਹੂੰਗਾ ਵੀ ਥੋੜਾ ਜਿਹਾ ਸ਼ਾਂਤ ਰਹੋ, ਘੱਟ ਹੀ ਸੱਦੋ। ਹਾਲਾਂਕਿ ਰਿਸਟ੍ਰਿਕਸ਼ਨ ਤੇ 50 ਤੱਕ ਆ, ਲੇਕਿਨ ਉਸ ਤੋਂ ਘੱਟ ਹੀ ਸੱਦੋ, ਹਨਾ, ਪਰਿਵਾਰ ਹੀ ਸੱਦੋ। ਅਗਰ ਹੁਣ ਕਈ ਹੁਣ ਦਿਸ ਵੀਕਐਂਡ ਮੈਨੂੰ ਬਹੁਤ ਇਨਵੀਟੇਸ਼ਨ ਹੈਗੇ ਜੋ, ਕਿਉਂਕਿ ਲੋਕਾਂ ਨੂੰ ਇਹ ਆ ਗਿਆ ਕਿਸੇ ਦੀ ਮੰਗਣੀ ਆ, ਕਿਸੇ ਦੀ ਕੁੜਮਾਈ ਆ, ਕਿਸੇ ਦਾ ਬਰਥਡੇ ਆ, ਜਿੱਦਾਂ ਤੁਸੀਂ ਗੱਲ ਕੀਤੀ। ਸੋ ਮੈਂ ਉਹਨਾਂ ਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਸਿਰਫ ਫੈਮਿਲੀ ਨੂੰ ਸੱਦੋ, ਫਰੈਂਡਸ ਨੂੰ ਨਾ ਸੱਦੋ। ਅਜੇ ਥੋੜੇ ਸੱਭੇ ਰਹੋ, ਤਾਂ ਕਿ WHO ਇਹ ਕਹਿੰਦਾ ਵੀ ਪਹਿਲੀ ਜਿਹੜੀ ਵੇਵ ਅਜੇ ਖਤਮ ਨਹੀਂ ਹੋਈ। ਹਾਲਾਂਕਿ ਅਸੀਂ ਗੁੱਡ ਪਰਫਾਰਮ, ਅਜੇ ਉਹ ਕਹਿ ਰਹੇ ਵੀ ਪਹਿਲੀ ਵੇਵ ਅਜੇ ਖਤਮ ਨਹੀਂ ਹੋਈ। ਸੋ ਅਜੇ ਵੀ ਸਾਨੂੰ ਥੋੜਾ ਸੱਭੇ ਰਹਿਣਾ ਚਾਹੀਦਾ। ਮਾਸਕ ਜਿਹੜਾ ਹੈਗਾ, ਮੈਂ ਤੁਹਾਨੂੰ ਕਿਹਾ ਸੀ 50% ਲੋਕ ਬਿਲੀਵ ਕਰਦੇ, 50% ਨਹੀਂ ਕਰਦੇ, ਲੇਕਿਨ ਮਾਸਕ ਜ਼ਰੂਰ ਹੈਲਪ ਕਰ ਸਕਦਾ, ਫਿਜ਼ੀਕਲ ਡਿਸਟੈਂਸ ਹੈਲਪ ਕਰ ਸਕਦਾ, ਸੈਨੀਟਾਈਜ਼ਰ ਜਾਂ ਹੈਂਡ ਵਾਸ਼ਿੰਗ ਹੈਲਪ ਕਰ ਸਕਦਾ। ਸੋ ਇਹ ਸਾਰੀਆਂ ਚੀਜ਼ਾਂ, ਦੇਖੋ ਰਿਸਕ ਫਿਰ ਵੀ ਐਗਜ਼ਿਸਟ ਕਰਦਾ, ਰਿਸਕ ਹਮੇਸ਼ਾ ਐਗਜ਼ਿਸਟ ਕਰੂਗਾ। ਹੁਣ ਅੱਜ ਮੈਂ ਅਗਰ ਡਰਾਈਵ ਕਰਕੇ ਘਰੋਂ ਆਇਆ ਆਪਣੇ ਆਫਿਸ ਤੋਂ, ਤਾਂ ਐਕਸੀਡੈਂਟ ਹੋਣ ਦਾ ਵੀ ਰਿਸਕ ਰੋਡ ਦੇ ਉੱਤੇ ਹੈਗਾ, ਭਾਵੇਂ ਰੋਡਾਂ ਇੰਨੀਆਂ ਬਿਜ਼ੀ ਨਹੀਂ ਆ। ਸੋ ਰਿਸਕ ਹਮੇਸ਼ਾ ਹੀ ਰਹੂਗਾ। ਜੀ ਬਿਲਕੁਲ। ਤੇ ਇਸ ਹਫਤੇ ਦੀ ਅਪਡੇਟ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਵਿਊਅਰਸ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਵੀ ਜੋ ਵੀ ਬ੍ਰਿਟਿਸ਼ ਕੋਲੰਬੀਆ 'ਚ ਡਾਕਟਰ ਬੋਨੀ ਹੈਨਰੀ ਜੀ ਦੱਸ ਰਹੇ ਆ, ਔਰ ਸਾਡੇ ਜਿਹੜੇ ਫੈਡਰਲ ਹੈਗੇ ਡਾਕਟਰ ਥਰੀਸਾ ਟੈਪ, ਆਪਾਂ ਉਹਨਾਂ ਨੂੰ ਫੋਲੋ ਕਰੀਏ, ਕਿਉਂਕਿ ਉਹਨਾਂ ਕੋਲ ਰਿਸਰਚ ਬੇਸਡ ਨੌਲੇਜ ਹੈਗੀ ਆ। ਜਿਹੜਾ ਸੋਸ਼ਲ ਮੀਡੀਆ ਜਾਂ ਹੋਰ ਮੀਡੀਆ 'ਚ ਕਈ ਵਾਰ ਭੜਕੀਲੇ ਜਿਹੜੇ ਹੋ ਜਾਂਦੇ, ਤੁਹਾਨੂੰ ਕਨਫਿਊਜ਼, ਉਹਦੇ ਉੱਤੇ ਫੋਕਸ ਨਾ ਕਰੋ। ਦੂਜੀ ਗੱਲ ਹੈ ਵੀ ਘੱਟ ਤੋਂ ਘੱਟ ਨਿਊਜ਼ ਦੇਖੋ, ਉਹੀ ਦੇਖੋ ਜਿਹੜੀ ਮਤਲਬ ਤੁਹਾਨੂੰ ਥੋੜਾ ਬਹੁਤ ਉਹ 'ਚੋਂ ਇਨਫੋਰਮੇਸ਼ਨ ਸਹੀ ਮਿਲ ਸਕੇ। ਤੀਜੀ ਗੱਲ, ਥੋੜਾ ਹੁਣ ਸੂਰਜ ਹੈਗਾ, BC ਦਾ ਵੈਦਰ ਵੱਧ ਰਿਹਾ, ਜਿਹੜਾ ਸੂਰਜ ਹੈਗਾ ਤੁਹਾਡੀ ਮਾਨਸਿਕਤਾ, ਤੁਹਾਡੇ ਸਿਹਤ ਨੂੰ ਹੈਲਪ ਕਰਦਾ। ਵਾਕ ਤੇ ਜਾਓ, ਦੌੜੋ, ਪਾਰਕ ਖੁੱਲ ਰਹੇ ਆ, ਡੇ ਟਾਈਮ ਖੁੱਲ ਰਹੇ, ਕਾਫੀ ਪਾਰਕ ਖੁੱਲ ਰਹੇ ਆ। ਜਿਹੜੀ ਐਕਸਰਸਾਈਜ਼ ਹੈਗੀ ਆ, ਕਿਉਂਕਿ 30 to 35% ਲੋਕੀ ਐਂਜ਼ਾਈਟੀ, ਡਿਪਰੈਸ਼ਨ ਵਾਲੇ ਸਿੰਪਟਮਸ ਮਹਿਸੂਸ ਕਰ ਰਹੇ ਆ, ਉਹਦੇ ਵਿੱਚ ਜਿਹੜੀ ਐਕਸਰਸਾਈਜ਼ ਹੈ ਉਹ ਵੀ ਇੱਕ ਟ੍ਰੀਟਮੈਂਟ ਦੀ ਮੋਡੈਲਿਟੀ ਆ। ਕੈਨੇਡਾ ਫੂਡ ਗਾਈਡ ਦੇ ਆਧਾਰ ਦੇ ਉੱਤੇ ਅੱਛਾ ਖਾਣਾ ਖਾਓ, ਨੀਂਦ ਆਪਣੀ 7 ਘੰਟੇ ਬਰਕਰਾਰ ਰੱਖੋ, ਔਰ ਅੱਛੇ ਦਿਨ ਜ਼ਰੂਰ ਆਉਣਗੇ। ਜੀ ਬਿਲਕੁਲ। ਥੈਂਕ ਯੂ ਸੋ ਮਚ ਵਾਂਸ ਅਗੇਨ। ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ। ਅੱਜ ਕੱਲ ਹੋਈ ਡਾਕਟਰ ਪੁਰਜੀ ਦੇ ਨਾਲ, ਜਿਹੜੇ ਸਾਨੂੰ ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਅਪਡੇਟ ਦੇ ਕੇ ਗਏ ਨੇ ਕਿ ਕੀ ਕੁਝ ਸਾਨੂੰ ਕਰਨਾ ਚਾਹੀਦਾ ਹੈ, ਹੈਲਥ ਅਫੀਸ਼ੀਅਲਸ ਦੀ ਸਲਾਹ ਨੂੰ ਕਿਸ ਤਰ੍ਹਾਂ ਮੰਨਣਾ ਚਾਹੀਦਾ ਹੈ। BC ਦੇ ਵਿੱਚ ਜਿਹੜਾ ਐਮਰਜੈਂਸੀ ਪੀਰੀਅਡ ਹੈ 2 ਹਫ਼ਤਿਆਂ ਦੇ ਲਈ ਹੋਰ ਵਧਾ ਦਿੱਤਾ, ਪਰ ਕੰਮਕਾਜ ਖੁੱਲ ਰਹੇ ਨੇ, ਰੀਓਪਨ ਹੋ ਰਿਹਾ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਗਾਈਡਲਾਈਨਸ ਨੂੰ ਫੋਲੋ ਕਰਦੇ ਰਹੀਏ। ਜੋ ਵੀ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ, ਆਪਣੇ ਹੱਥ ਧੋਂਦੇ ਰਹੀਏ ਤੇ ਆਪਣੀ 2 ਮੀਟਰ ਦੀ ਦੂਰੀ ਬਣਾ ਕੇ ਰੱਖੀਏ। ਹੋਰ ਅਪਡੇਟਸ ਦੇ ਲਈ ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।